ਵਿਜ਼ਨ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਚਰਚਾ ਦਾ ਮੁੱਦਾ ਤੇ ਚਰਚਾ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ। ਅੱਜ ਦੇ ਇਸ ਸ਼ੋਅ ਦੇ ਵਿੱਚ ਬਹੁਤ ਸਾਰੇ ਮੁੱਦੇ ਅਸੀਂ ਜਿਹੜੇ ਆ ਉਹ ਡਿਸਕਸ ਕਰਾਂਗੇ। ਫਿਰ ਚਾਹੇ ਉਹ ਚੋਣਾਂ ਦੇ ਦੌਰਾਨ ਜੋ ਕਿਸਾਨਾਂ ਦੀਆਂ ਮੰਗਾਂ ਸੀ ਉਸ ਦੇ ਬਾਰੇ ਅੱਜ ਕਿੱਥੇ ਕੀ ਸਟੈਂਡ ਖੜਾ, ਐਸਕੇਐਮ ਵੱਲੋਂ ਦਿੱਤੀਆਂ ਕਾਲਸ ਆ ਕਿੱਥੇ ਕਿੱਥੇ ਅਸਰ ਦੇਖਣ ਨੂੰ ਮਿਲਦੇ ਆ। ਇਸ ਤੋਂ ਇਲਾਵਾ ਬਜਟ, ਸਭ ਤੋਂ ਵੱਡੀ ਗੱਲ ਹੈ ਕਿ ਬਜਟ ਜਿਹੜਾ ਅਗਲੇ ਸਾਲ ਦਾ ਜਿਹੜਾ ਹੁਣ 2022-23 ਦਾ ਬਜਟ ਜਿਹੜਾ ਕੇਂਦਰ ਵੱਲੋਂ ਪਾਸ ਕੀਤਾ ਗਿਆ, ਉਸ ਬਜਟ ਦਾ ਆਮ ਲੋਕਾਂ ਨੂੰ ਕੀ ਫਾਇਦਾ ਹੋਇਆ, ਕੀ ਨੁਕਸਾਨ ਹੋਇਆ, ਅੰਕੜਿਆਂ ਦੀ ਕੀ ਖੇਡ ਆ, ਅੰਕੜਿਆਂ ਦੇ ਵਿੱਚ ਕੀ ਕੁਝ ਦਿਖਾਇਆ ਗਿਆ ਕਿ ਲੋਕਾਂ ਨੂੰ ਮਿਲਿਆ, ਪਰ ਹਕੀਕਤ ਵਿੱਚ ਕੀ ਕੁਝ ਮਿਲਿਆ, ਇਸ ਸਭ ਬਾਰੇ ਅਸੀਂ ਜਿਹੜਾ ਉਹ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ, ਸਵਾਗਤ ਹੈ ਵਿਜ਼ਨ ਪੰਜਾਬ ਟੀਵੀ ਤੇ। ਸਰ ਸਭ ਤੋਂ ਪਹਿਲਾਂ ਤਾਂ ਬਜਟ ਤੇ ਗੱਲ ਕਰ ਲੈਂਦੇ ਹਾਂ, ਕਿਉਂਕਿ ਬਜਟ ਜਿਹੜਾ ਪੇਸ਼ ਕੀਤਾ ਗਿਆ ਅਕਸਰ ਅਜਿਹਾ ਹੁੰਦਾ ਕਿ ਆਮ ਲੋਕਾਂ ਦੀ ਸਮਝ ਵਿੱਚ ਤੋਂ ਬਾਹਰ ਹੁੰਦਾ। ਅੰਕੜਿਆਂ ਦੇ ਵਿੱਚ ਬਹੁਤ ਕੁਝ ਦਿਖਾਇਆ ਜਾਂਦਾ ਕਿ ਇੰਨੇ ਲੱਖ ਰੁਪਇਆ, ਇੰਨੇ ਲੱਖ ਕਰੋੜ ਰੁਪਇਆ ਜਿਹੜਾ ਆ ਉਹ ਆਮ ਲੋਕਾਂ ਦੇ ਲਈ ਇਸ ਚੀਜ਼ ਲਈ ਰੱਖਿਆ ਗਿਆ ਹੈ, ਪਰ ਬਜਟ ਜੋ ਪੇਸ਼ ਕੀਤਾ ਗਿਆ ਉਸਨੂੰ ਕਿਵੇਂ ਦੇਖਦੇ ਹੋ ਕਿ ਵਾਕਈ ਆਮ ਲੋਕਾਂ ਨੂੰ ਕੋਈ ਰਾਹਤ ਹੈ ਉਸ ਬਜਟ ਦੇ ਨਾਲ? ਅਸਲ ਦੇ ਵਿੱਚ ਜਿਹੜਾ ਆਪਾਂ ਦੇਖ ਰਹੇ ਹਾਂ, ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਦੇਸ਼ 'ਚ ਇੱਕ ਬਹੁਤ ਵੱਡਾ ਅੰਦੋਲਨ ਹੋਇਆ, 1.25 ਸਾਲ ਲੋਕ ਦਿੱਲੀ ਦੀਆਂ ਬਰੂਹਾਂ 'ਤੇ ਰਹੇ। ਉਹ ਅੰਦੋਲਨ ਨੇ ਕੁਝ ਗੱਲਾਂ ਉਭਾਰੀਆਂ ਸੀ ਕਿ ਸਭ ਤੋਂ ਵੱਡੀ ਗੱਲ ਇਹ ਉਭਾਰੀ ਕਿ ਖੇਤੀ ਜਿਹੜਾ ਖੇਤਰ ਹੈ ਉਹ ਬਹੁਤ ਭਾਰੀ ਸੰਕਟ 'ਚ ਹੈ ਜੀ। ਉਹਦੇ 'ਚ 4-5 ਗੱਲਾਂ ਸੀ। ਤਾਂ 3 ਕਾਨੂੰਨ ਵਾਪਸ ਲੈਣ ਦੀ ਸੀ, ਉਹ ਤਾਂ ਚਲੋ ਵਾਪਸ ਹੋ ਗਏ, ਨਹੀਂ ਉਸ ਲੈਵਲ ਦੀ ਗੱਲ ਆਈ। ਦੂਸਰਾ ਇਹ ਸੀ ਕਿ MSP ਦਾ ਸਵਾਲ ਸੀ, ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਗਰੰਟੀ। ਉਹਦੇ ਲਈ ਇਹ ਸਹਿਮਤੀ ਵੀ ਹੋਈ ਕਿ ਕਮੇਟੀ ਬਣੂਗੀ, ਕਮੇਟੀ ਫਿਰ ਡਿਸਾਈਡ ਕਰੇਗੀ। ਤੀਸਰਾ ਇਹ ਗੱਲ ਸੀ ਕਿ 2016 'ਚ ਨਰਿੰਦਰ ਮੋਦੀ ਉਹਨਾਂ ਨੇ ਇਹ ਕਿਹਾ ਸੀ ਕਿ 2022 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ। ਇੱਕ ਟਾਰਗੇਟ ਸੀ, 22 ਦਾ ਬਜਟ ਹੁਣ ਟਾਰਗੇਟ ਉਸ ਸਾਰੇ ਮਾਮਲੇ ਨਾਲ ਜੁੜਿਆ ਹੋਇਆ ਸੀਗਾ। ਇਹ ਜਿੰਨੀਆਂ ਸਾਰੀਆਂ ਚੀਜ਼ਾਂ ਉਹਦੇ ਨਾਲ ਜੋੜ ਕੇ ਦੇਖਦੇ ਆ ਤਾਂ ਉਹਦੇ ਬਾਰੇ ਬਜਟ ਖਾਮੋਸ਼ ਹੈ ਟੋਟਲੀ। ਮਤਲਬ ਇਹ ਤਾਂ ਗੱਲ ਵੀ ਨਹੀਂ ਹੋਈ। ਤੁਸੀਂ ਦੇਖੋ ਐਡੀ ਵੱਡੀ ਘਟਨਾ ਵਾਪਰੀ ਹੋਵੇ, ਐਡੀਆਂ ਚੀਜ਼ਾਂ ਹੋਣ ਤੇ ਉੱਥੇ ਗੱਲ ਹੀ ਨਾ ਹੋਵੇ। 2022 'ਚ ਦੁੱਗਣੀ ਕਰਨੀ ਆ ਰਾਸ਼ੀ, ਇਹਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਲੋਕਾਂ ਨੂੰ ਇਹ ਲੱਗਦਾ ਸੀ ਕਿ ਜਿਹੜਾ ਉਹ PM ਕਿਸਾਨ ਯੋਜਨਾ ਜਿਹਦੇ ਤਹਿਤ 500 ਰੁਪਏ ਮਹੀਨਾ ਜਾਂ 6000 ਰੁਪਏ ਸਾਲ ਦਿੰਦੇ ਨੇ, ਵੀ ਸ਼ਾਇਦ ਉਹ ਦੁੱਗਣੀ ਹੋ ਜੇ ਜੀ। 5 ਰਾਜਾਂ 'ਚ ਵੋਟਾਂ ਵੀ ਨੇ, ਹੋ ਸਕਦਾ ਸਰਕਾਰ ਕਹੇ ਵੀ ਚਲੋ ਉਮੀਦ ਸੀਗੀ ਕਿ ਕੁਝ ਵੱਡੇ ਐਲਾਨ ਹੋ ਸਕਦੇ ਨੇ, ਪਰ ਵੱਡੇ ਐਲਾਨ ਹੋ ਸਕਦੇ ਨੇ। ਦੂਜਾ MSP ਤੇ ਉਹਨਾਂ ਨੇ ਜੋ ਕਿਹਾ, ਉਹ ਕਹਿੰਦੇ 2,37,000 ਕਰੋੜ ਰੁਪਈਆ ਅਸੀਂ ਖਰੀਦ ਤੇ ਖਰਚ ਕਰਾਂਗੇ। ਪਿਛਲੇ ਸਾਲ 2,48,000 ਖਰੀਦ ਤੇ ਖਰਚ ਹੋਇਆ ਸੀ, ਤਾਂ ਮਤਲਬ ਖਰੀਦ ਤੇ ਵੀ ਪੈਸਾ ਘਟਾਓਗੇ ਤੁਸੀਂ। ਜਿਹੜੀ ਡਰ ਕਿਸਾਨ ਪ੍ਰਗਟ ਕਰ ਰਿਹਾ ਸੀ ਕਿ ਤੂੰ ਹੌਲੀ ਹੌਲੀ MSP ਤੋਂ ਵਾਪਸ ਆਓਗੇ, ਤਾਂ 2,37,000 ਕਿਸਾਨ ਤਾਂ ਇਹ ਮੰਗ ਕਰ ਰਹੇ ਸੀ ਜਿਹੜੀਆਂ ਬਾਕੀ ਦੀਆਂ 23 ਫਸਲਾਂ ਨੇ, ਕਣਕ ਤੇ ਝੋਨੇ ਤੋਂ ਇਲਾਵਾ ਵੀ, ਉਹ ਵੀ ਤੁਸੀਂ ਖਰੀਦ ਦੀ ਗਰੰਟੀ ਕਰੋ ਤਾਂ ਕਿ ਜਿਹੜੀ ਖੇਤੀ ਲਾਹੇਵੰਦ ਹੋ ਸਕੇ। ਫਿਰ ਫਰਟੀਲਾਈਜ਼ਰ ਦੀ ਸਬਸਿਡੀ ਘਟਾਤੀ, ਖਾਦ ਦੀ ਸਬਸਿਡੀ ਘਟਾਤੀ, ਹੁਣ ਖਾਦ ਹੋਰ ਮਹਿੰਗਾ ਮਿਲੂਗਾ ਕਿਸਾਨਾਂ ਨੂੰ। ਤੇ ਖੇਤੀ ਇਹਦਾ ਮਤਲਬ ਇਹ ਹੈ ਕਿ ਹੋਰ ਜ਼ਿਆਦਾ ਮਹਿੰਗੀ ਹੁੰਦੀ ਜਾਊਗੀ, ਉਹਦੀ ਲਾਗਤ ਹੋਰ ਜ਼ਿਆਦਾ ਹੋਊਗੀ ਤੇ ਪ੍ਰੋਫਿਟ ਹੋਰ ਘਟਦਾ ਜਾਊਗਾ। ਤਾਂ ਇੱਕ ਸੰਕਟ ਬੜੇ ਵਰਗ ਦਾ ਸਾਡੇ ਸਾਹਮਣੇ ਦਿਖਾਈ ਦਿੰਦਾ ਉਸ ਮਾਮਲੇ 'ਚ। ਫਿਰ ਦੂਜਾ ਸਭ ਤੋਂ ਬੜਾ ਮੁੱਦਾ ਸੀ ਰੁਜ਼ਗਾਰ ਦਾ ਜੀ, ਨੌਜਵਾਨਾਂ ਦੇ ਰੁਜ਼ਗਾਰ ਦਾ, ਵੱਡੇ ਤੇ ਆਮ ਜਿਹੜਾ ਸਧਾਰਨ ਬੰਦਾ ਸਭ ਦੇ ਰੁਜ਼ਗਾਰ ਦਾ ਸੀ। ਔਰ ਇਹਦੇ 'ਤੇ 2014 ਤੋਂ ਨਰਿੰਦਰ ਮੋਦੀ ਸਰਕਾਰ ਕਹਿ ਰਹੀ ਸੀ ਕਿ ਘਰ ਘਰ 2 ਕਰੋੜ ਨੌਕਰੀਆਂ ਸਾਲ 'ਚ ਪੈਦਾ ਕਰਿਆ ਕਰਾਂਗੇ। ਘਰ ਘਰ ਰੁਜ਼ਗਾਰ ਵਾਲਾ ਪੰਜਾਬ ਵਾਲਾ ਸੀ ਜਿਹੜਾ ਨਾਰਾ ਹੈ। ਰੁਜ਼ਗਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਘਟ ਗਿਆ, ਜਿੰਨੀਆਂ ਰਿਪੋਰਟਾਂ ਸਾਡੇ ਸਾਹਮਣੇ ਆਈਆਂ ਨੇ। ਕੋਵਿਡ ਕਰਕੇ ਬੜਾ ਫਰਕ ਪਿਆ। ਉਹਨਾਂ ਨੇ ਆਪ ਕਿਹਾ ਕਿ ਲਗਭਗ 28% ਤੋਂ ਜ਼ਿਆਦਾ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਜੀ। ਔਰ ਜਿਹੜਾ ਰੁਜ਼ਗਾਰ ਖੁੱਸ ਗਿਆ ਉਹਦੇ 'ਚ 1/3 ਔਰਤਾਂ ਨੇ ਖਾਸ ਤੌਰ 'ਤੇ ਜਿਨ੍ਹਾਂ ਦਾ ਰੁਜ਼ਗਾਰ ਖੋਇਆ। ਤੱਥ ਵੀ ਅਸਲ 'ਚ ਬਜਟ 'ਚ ਨਹੀਂ ਦਿੱਤੇ ਗਏ ਕਿ ਇੰਨਾ ਰੁਜ਼ਗਾਰ ਖੁੱਸਿਆ, ਇੰਨਿਆਂ ਨੂੰ ਨਵਿਆਂ ਨੂੰ ਮਿਲਿਆ, ਕਿੰਨਿਆਂ ਨੂੰ, ਕੀ ਤੁਹਾਡੇ ਕੋਲ ਕਿੰਨੀ ਵਰਕ ਫੋਰਸ ਹੈ। ਇਹ ਸਭ ਜਿਵੇਂ ਬਜਟ ਨੂੰ ਨਾ ਖਾਮੋਸ਼ ਤਰੀਕੇ ਦੇ ਨਾਲ ਪਿੱਛੇ ਰੱਖ ਦਿੱਤਾ ਜਾਏ ਤੇ ਕੁਝ ਵੀ ਨਾ ਦੱਸਿਆ ਜਾਏ। ਅਤੇ ਜੇ ਰੁਜ਼ਗਾਰ ਪੈਦਾ ਨਹੀਂ ਹੋਣਾ, ਫਿਰ ਰੁਜ਼ਗਾਰ ਕਿੱਥੇ ਪੈਦਾ ਹੋਊ, ਇਹ ਵੀ ਸੰਭਾਵਨਾਵਾਂ ਬਜਟ ਨੂੰ ਦੱਸਣੀਆਂ ਚਾਹੀਦੀਆਂ ਨੇ। ਬਜਟ 'ਚ ਕਹਿ ਦਿੱਤਾ ਕਿ ਇਹ ਇੱਕ ਹੁਣ 75 ਸਾਲਾ ਚੱਲਦਾ ਨਾ ਆਜ਼ਾਦੀ ਦਾ, ਜਿਹੜਾ ਮਨਾਇਆ ਜਾ ਰਿਹਾ ਕਿ 75 ਸਾਲ ਹੋ ਗਏ ਸਾਨੂੰ, ਅਤੇ ਅੰਮ੍ਰਿਤ ਹੀਰ ਹੈ, ਅੰਮ੍ਰਿਤ ਦਾ ਯੁੱਗ ਹੈ ਇਹ ਕਹਿੰਦੇ ਨੇ। ਜਿਹੜਾ 25 ਸਾਲਾਂ ਲਈ ਬਜਟ ਤਿਆਰ ਕੀਤਾ ਜੀ, ਕਹਿੰਦੇ ਅਗਲੇ 25 ਸਾਲ ਜਦ ਨੂੰ 100 ਸਾਲ ਹੋ ਜੂ, 25 ਸਾਲਾਂ 'ਚ ਤਾਂ ਪਤਾ ਨਹੀਂ ਕਿੰਨੇ ਲੋਕ ਮਰ ਜਾਣਗੇ, ਉਹਨਾਂ ਨੂੰ ਕੀ ਭਾਅ ਹੋਊਗਾ ਉਸ ਬਜਟ ਦਾ। ਬਜਟ ਦਾ ਹੁੰਦਾ ਸਾਲ ਟੂ ਸਾਲ ਤੁਹਾਨੂੰ ਕੀ ਮਿਲਦਾ। ਫਿਰ ਰੁਜ਼ਗਾਰ ਦੇ ਫੀਲਡ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਕੁਐਸਚਨ ਸੀ ਕਿ ਕੋਵਿਡ ਦੇ ਦੌਰਾਨ ਜਿਹੜੇ ਬੰਦੇ ਆਪਾਂ ਕਰੋੜਾਂ ਜਾਂਦੇ ਦੇਖੇ, ਇਹਨਾਂ ਰਾਜਾਂ ਦੇ ਵਿੱਚੋਂ ਆਪੋ ਆਪਣੇ ਰਾਜ ਨੂੰ ਚਲੇ ਗਏ ਜਿੱਥੇ ਨੌਕਰੀਆਂ ਗਈਆਂ, ਉੱਥੇ ਮਨਰੇਗਾ 'ਚ ਇਹਨਾਂ ਨੇ 2020-21 'ਚ ਬਜਟ ਵਧਾਇਆ ਸੀ 40,000 ਕਰੋੜ ਰੁਪਇਆ, ਅਤੇ 1,11,000 ਕਰੋੜ ਰੁਪਇਆ ਖਰਚ ਹੋਇਆ ਸੀ। ਉਦੋਂ ਅਗਲੇ ਸਾਲ 73,000 ਕਰੋੜ ਰੱਖਤਾ, ਉਹ ਵੀ ਲੋੜ ਮੁਤਾਬਕ ਨਹੀਂ ਰੱਖਿਆ। ਪਿਛਲੇ ਸਾਲ 73,000 ਕਰੋੜ ਰੱਖਿਆ, ਪਰ ਖਰਚ ਕਿੰਨਾ ਹੋਇਆ? ਡਿਮਾਂਡ ਵੱਧ ਗਈ, 25,000 ਕਰੋੜ ਦੀ ਜ਼ਿਆਦਾ, 98,000 ਕਰੋੜ ਖਰਚ ਹੋਇਆ।
ਐਤਕੀ ਫਿਰ 73,000 ਕਰੋੜ ਰੱਖਤਾ। ਜਦ ਤੁਹਾਨੂੰ ਪਤਾ ਹੈ ਕਿ ਲੋਕ ਹੋਰ ਰੁਜ਼ਗਾਰ ਚਾਹੁੰਦੇ ਨੇ, ਲੋਕ ਮੰਗ ਕਰ ਰਹੇ ਨੇ, ਤਾਂ ਇੰਨਾ ਘੱਟ ਪੈਸਾ ਰੱਖਣ ਪਿੱਛੇ ਮਨਸ਼ਾ ਕੀ ਹੈ, ਦਲੀਲ ਕੀ ਹੈ, ਇਹ ਦਲੀਲ ਸਮਝ ਨਹੀਂ ਆਈ। ਮਤਲਬ ਇਹਦੇ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲੋਕ ਦਿਹਾੜੀ ਮੰਗ ਰਹੇ ਨੇ ਤੇ ਤੁਸੀਂ ਦਿਹਾੜੀ ਦਾ ਪੈਸਾ ਨਹੀਂ ਰੱਖ ਰਹੇ, ਤੇ ਫਿਰ ਜਦੋਂ ਉਹਨਾਂ ਤੋਂ ਕੰਮ ਕਰਾ ਕੇ ਵੀ ਪੈਸੇ ਨਹੀਂ ਮਿਲਦੇ ਉਹਨਾਂ ਨੂੰ, ਤਾਂ ਫਿਰ ਲੋਕ ਸੜਕਾਂ 'ਤੇ ਆਉਣਗੇ, ਹੋਰ ਕੀ ਕਰਨਗੇ। ਫਿਰ ਐਜੂਕੇਸ਼ਨ ਦਾ ਸਵਾਲ ਸੀ। ਐਜੂਕੇਸ਼ਨ ਦਾ ਜਿੰਨਾ ਬਜਟ ਪਿਛਲੇ ਸਾਲ ਰੱਖਿਆ ਗਿਆ ਸੀ ਉਹ ਵੀ ਪੂਰਾ ਖਰਚ ਨਹੀਂ ਕੀਤਾ। ਨਵਾਂ ਵਾਧਾ ਤਾਂ ਦੂਰ ਦੀ ਗੱਲ ਹੈ, ਉਹ ਵੀ ਪੂਰਾ ਖਰਚ ਨਾ ਕਰਨ ਦਾ ਮਤਲਬ ਇਹ ਹੋ ਜਾਂਦਾ 93,000 ਕਰੋੜ ਰੁਪਈਆ ਰੱਖਿਆ ਸੀ, ਖਰਚ ਕੀਤਾ 88,000 ਕਰੋੜ ਰੁਪਈਆ। ਕੀ ਐਜੂਕੇਸ਼ਨ 'ਤੇ ਖਰਚ ਸਗੋਂ ਜ਼ਿਆਦਾ ਨਹੀਂ ਸੀ ਹੋਣਾ ਚਾਹੀਦਾ? ਕੋਵਿਡ ਦੇ ਦੌਰਾਨ ਲੋਕਾਂ ਨੂੰ ਤੁਸੀਂ ਸਹੂਲਤਾਂ ਦਿੰਦੇ, ਆਨਲਾਈਨ ਦਾ ਕੋਈ ਪੈਕ ਦਿੰਦੇ, ਬਾਕੀ ਦਿੰਦੇ। ਜੇ ਘਟ ਗਿਆ, ਇੱਕ ਤਾਂ ਸਕੂਲ ਨਾ ਲੱਗਣ ਕਰਕੇ ਬੱਚਿਆਂ ਦਾ ਬੁਰਾ ਹਾਲ ਹੋ ਗਿਆ, ਦੂਜਾ ਵੈਸੇ ਤੁਸੀਂ ਖਰਚ ਘਟਾਤਾ ਆਨਲਾਈਨ 'ਤੇ। ਇਹਦਾ ਮਤਲਬ 2 ਸਾਲ ਵਿੱਦਿਆ ਦੇ ਪੱਖ ਤੋਂ ਅਜਾਈ ਗਏ ਉਹਨਾਂ ਬੱਚਿਆਂ ਦੇ, ਬਹੁਤ ਵੱਡੀ ਪੱਖ ਤੋਂ ਕਮਜ਼ੋਰ ਬੱਚਿਆਂ ਦਾ ਉਹ ਹੈ। ਇਹੀ ਸਿਹਤ ਦਾ ਸਵਾਲ ਸੀ। ਪਿਛਲੇ ਸਾਲ ਤੁਸੀਂ ਕੋਵਿਡ ਵੈਕਸੀਨੇਸ਼ਨ ਦਾ ਇਕੱਲਾ ਪਾਤਾ ਵਿੱਚ, ਤੇ ਉਹ ਐਤਕੀ ਬਜਟ ਦੇ ਵਿੱਚ ਉਹ ਹਿੱਸਾ ਨਿਕਲ ਗਿਆ, ਤੇ ਸਿਹਤ ਦਿਖਾਈ ਨਹੀਂ ਦੇ ਰਹੀ ਕਿੱਥੇ ਬਜਟ ਹੈ। ਤੁਸੀਂ ਕਹਿ ਰਹੇ ਹੋ ਸਿਹਤ GDP ਦਾ 6% ਚਾਹੀਦਾ। ਇਹ ਜਿਹੜੀਆਂ ਬੁਨਿਆਦੀ ਚੀਜ਼ਾਂ ਨੇ ਆਮ ਸਧਾਰਨ ਲੋਕਾਂ ਲਈ ਕੀ ਚਾਹੀਦਾ? ਉਹਦੇ ਬੱਚੇ ਨੂੰ ਸਿੱਖਿਆ ਚਾਹੀਦੀ ਹੈ, ਉਹਨਾਂ ਦੀ ਸਿਹਤ ਸਹੂਲਤ ਚਾਹੀਦੀ ਹੈ, ਉਹਨਾਂ ਨੂੰ ਰੁਜ਼ਗਾਰ ਚਾਹੀਦਾ, ਇਹੀ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਇਹਨਾਂ ਸਾਰੀਆਂ ਚੀਜ਼ਾਂ 'ਤੇ ਬਜਟ ਦਾ ਜਿਹੜਾ ਇੱਕ ਡਾਇਰੈਕਸ਼ਨ ਹੈ, ਦਿਸ਼ਾ ਵੀ, ਤੇ ਜਿਹੜੇ ਪੈਸੇ ਰੱਖੇ ਗਏ ਨੇ, ਜਿਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਣ ਦੀ ਸੰਭਾਵਨਾ ਹੁੰਦੀ ਹੈ, ਉਹ ਵੀ ਕਿਤੇ ਦਿਖਾਈ ਨਹੀਂ ਦਿੰਦੇ। ਉਹ ਬਹੁਤ ਵੱਡਾ ਲਾਸ ਹੈ ਜਿਹੜਾ ਇਨ ਫਿਊਚਰ ਹੈ। ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲਾ ਤਾਂ ਵੈਸੇ ਹੀ ਨਹੀਂ, ਚਲੋ ਉਹ ਤਾਂ ਆਮਦਨ ਵੈਸੇ ਹੀ ਘਟ ਰਹੀ ਹੈ, ਜਿਹੜਾ ਕੁਛ ਦਿਖਾਈ ਦੇ ਰਿਹਾ ਜਿਹੋ ਜਿਹਾ ਮਾਰਕੀਟ ਤੰਤਰ ਹੈ। ਇਸੇ ਸਾਰੇ ਤੰਤਰ ਦੇ ਵਿੱਚ ਜਿਹੜਾ ਸਾਡਾ ਹੁਣ ਨਰਿੰਦਰ ਮੋਦੀ ਹੋਣੀ ਜਾਂ ਬਾਕੀ ਕਹਿ ਰਹੇ ਨੇ, ਭਾਰਤ ਜਿਹੜਾ ਹੈ ਉਹ ਮਜ਼ਬੂਤ ਹੋ ਰਿਹਾ। ਬਿਲਕੁਲ, ਉਹ ਤਾਂ ਇਹੀ ਕਹਿ ਰਹੇ ਨੇ ਕਿ ਉਹ ਮਜ਼ਬੂਤ ਕਿਵੇਂ ਹੋ ਰਿਹਾ ਭਾਰਤ ਹੈ, ਅਸੀਂ ਬਹੁਤ ਅੱਛਾ ਬਜਟ ਦਿੱਤਾ ਹੈ। ਉਹ ਅੱਛਾ ਬਜਟ ਕੀ ਕਰ ਰਹੇ ਨੇ? ਤੇ ਸਾਡਾ ਬਜਟ ਜੇ ਵਧਿਆ ਤਾਂ ਕਾਹਦੇ ਤੇ ਵਧਿਆ? ਉਹ ਹੈ ਡਿਫੈਂਸ ਬਜਟ। ਡਿਫੈਂਸ ਬਜਟ 5,25,000 ਕਰੋੜ ਹੋ ਗਿਆ। ਰੁਜ਼ਗਾਰ ਦਾ, ਸਿਹਤ ਦਾ, ਸਿੱਖਿਆ ਦਾ, ਮਨਰੇਗਾ ਦਾ, ਇਹ ਸਾਰੇ ਬਜਟ ਜੋੜ ਲਓ, ਜੋੜ ਕੇ ਵੀ ਇਹਦੇ ਨਾਲੋਂ ਜ਼ਿਆਦਾ ਡਿਫੈਂਸ ਬਜਟ ਹੈ ਜੀ। ਤੇ ਹੁਣ ਉਹ ਕੀ ਗੱਲ ਹੈ? ਡਿਫੈਂਸ ਬਜਟ ਕਿਉਂ ਪੈਦਾ ਹੁੰਦਾ? ਕਿਉਂਕਿ ਇਹ ਵੀ ਬਾਰ-ਬਾਰ ਰਾਹੁਲ ਗਾਂਧੀ ਉਸ ਤੋਂ ਬਾਅਦ ਬੋਲਿਆ ਵੀ ਹੈ ਵੀ ਉਧਰ ਚਾਈਨਾ ਤੁਹਾਡੇ ਚੜ੍ਹਿਆ ਆ ਰਿਹਾ, ਉਹਦਾ ਤੁਸੀਂ ਕੁਛ ਨਹੀਂ ਵਿਗਾੜ ਰਹੇ, ਇੱਧਰ ਪਾਕਿਸਤਾਨ ਅਤੇ ਚੀਨ ਤੁਸੀਂ ਇਕੱਠੇ ਕਰਤੇ, ਪਾਕਿਸਤਾਨ ਨਾਲ ਵੀ ਤੁਹਾਡਾ ਨਹੀਂ ਹੈ। ਗੁਆਂਢੀ ਦੇਸ਼ਾਂ ਨਾਲ ਜੇ ਤੁਹਾਡੇ ਸੰਬੰਧ ਵਿਗੜਦੇ ਰਹਿੰਦੇ ਨੇ ਲਗਾਤਾਰ, ਤਾਂ ਤੁਸੀਂ ਡਿਫੈਂਸ 'ਤੇ ਖਰਚ ਕਰਦੇ ਹੋ। ਜਿੰਨਾ ਕੁ ਤੁਹਾਡੇ ਕੋਲ ਪੈਸਾ, ਜਿਵੇਂ ਇੱਕ ਗਰੀਬ ਘਰ ਕੋਲ ਘੱਟ ਪੈਸੇ ਹੁੰਦੇ ਨੇ, ਜੇ ਉਹ ਹਥਿਆਰਾਂ 'ਤੇ ਮੁਕੱਦਮਿਆਂ 'ਤੇ ਹੀ ਖਰਚ ਕਰੀ ਜਾਵੇ ਤਾਂ ਬੱਚਿਆਂ ਦੀ ਸਿਹਤ 'ਤੇ ਐਜੂਕੇਸ਼ਨ ਨਹੀਂ ਦੇ ਸਕਦਾ ਨਾ। ਇਹੀ ਸਾਡੇ ਦੇਸ਼ ਦਾ ਹਾਲ ਹੋਇਆ ਅਸੀਂ ਖਰਚ ਉੱਥੇ ਸਾਡਾ ਜ਼ਿਆਦਾ ਹੋ ਰਿਹਾ, ਨਹੀਂ ਤਾਂ ਉਨਾ ਹੀ ਪੈਸਾ, ਰੈਵਨਿਊ ਤਾਂ ਤੁਹਾਡੇ ਕੋਲ ਉਨਾ ਹੀ ਹੈ, ਤੇ ਉਹਦੇ 'ਚੋਂ ਕੱਢ ਕੇ ਉਹੀ ਤੁਸੀਂ ਇੱਧਰ ਲਾ ਸਕਦੇ ਹੋ। ਉਹਨਾਂ ਦੀ ਸਿੱਖਿਆ 'ਚ, ਸੁਧਾਰ 'ਚ ਤੁਸੀਂ ਪਾਲਿਸੀ ਨਹੀਂ ਤਬਦੀਲ ਕਰ ਰਹੇ। ਪਾਲਿਸੀ ਇਹ ਕਹਿ ਰਹੇ ਹੋ ਵੀ ਅਸੀਂ ਤਾਂ ਡੰਗ 'ਤੇ ਡੇਰਾ ਰੱਖਣਾ ਹੈਗਾ, ਹਰ ਇੱਕ ਨਾਲ ਲੜਾਈ ਵੀ ਕਰਨੀ ਹੈ, ਅੰਦਰ ਵੀ ਮਾਹੌਲ ਇਹੋ ਜਿਹੇ ਰੱਖਣਾ। ਇਹ ਜਿਹੜਾ ਸਾਰਾ ਤਰੀਕਾਕਾਰ ਹੈ ਬਜਟ ਦੇ ਮਾਮਲੇ 'ਚ, ਲਗਭਗ ਬੇਰੁਜ਼ਗਾਰੀ ਤਾਂ ਪਿਛਲੇ 45 ਸਾਲਾਂ 'ਚ 50 ਸਾਲਾਂ ਸਭ ਤੋਂ ਜ਼ਿਆਦਾ ਇਸ ਸਮੇਂ ਸਾਡੇ ਦੇਸ਼ 'ਚ। ਗੈਰ ਬਰਾਬਰੀ ਵੀ ਜ਼ਿਆਦਾ, ਜਿਹਨੂੰ ਰਾਹੁਲ ਗਾਂਧੀ ਦਾ ਕੱਲ੍ਹ ਦਾ ਰੌਲਾ ਪਿਆ ਹੋਇਆ, ਪਰਸੋਂ ਉਹਨੇ ਕਹਿਤਾ 2 ਭਾਰਤ ਨੇ, ਇੱਕ ਭਾਰਤ ਗਰੀਬਾਂ ਦਾ ਤੇ ਦੂਜਾ ਜਿਹੜਾ ਅਮੀਰਾਂ ਵਾਲਾ ਕਾਰਪੋਰੇਟਰਾਂ ਦਾ। ਤੇ ਉਹ ਜਿਹੜੇ ਭਾਰਤ ਵਾਲਾ ਕੁਐਸਚਨ ਹੈ ਬਿਲਕੁਲ ਵਾਜਬ ਹੈ, ਤੇ ਭਾਰਤ ਵਾਲਾ ਕੁਐਸਚਨ, ਕਿਉਂਕਿ ਇਹ ਅੱਜ ਦੀ ਗੱਲ ਨਹੀਂ ਹੈ, ਪਹਿਲਾਂ ਤੋਂ ਹੀ ਲੋਕ ਕਹਿੰਦੇ ਆ ਰਹੇ ਨੇ। ਕੋਵਿਡ ਦੇ ਵਿੱਚ ਕਾਰਪੋਰੇਟ ਦਾ ਪੈਸਾ ਬਹੁਤ ਜ਼ਿਆਦਾ ਵਧਿਆ, ਇਨਕਮ ਉਹਨਾਂ ਦੀ ਬਹੁਤ ਜ਼ਿਆਦਾ ਵਧੀਆ, ਤੇ ਦੂਜਿਆਂ ਦੀ 84% ਲੋਕਾਂ ਦੀ, ਦੂਜਿਆਂ ਦੀ ਇਨਕਮ ਘਟੀ ਹੈ। ਕਿਸੇ ਦੀਆਂ ਤਨਖਾਹਾਂ 'ਚ ਕਟੌਤੀ ਹੋਈ ਹੈ, ਕਿਸੇ ਦੀ ਨੌਕਰੀ ਚਲੀ ਗਈ ਹੈ, ਕਿਸੇ ਦਾ ਬਿਜ਼ਨਸ ਬੰਦ ਹੋ ਗਿਆ, ਕੋਈ ਮਾਰਕੀਟ ਦੇ ਵਿੱਚ ਪੈਸਾ ਨਹੀਂ ਸੀ, ਕਈਆਂ ਨੇ ਨਵੇਂ ਬਿਜ਼ਨਸ ਖੋਲੇ ਸੀ, ਅਸੀਂ ਦੇਖਿਆ ਉਹ ਸਟਾਰਟਅਪ ਹੀ ਬੰਦ ਹੋ ਗਏ, ਬਿਲਕੁਲ ਸਟਾਰਟਅਪ ਬੰਦ ਹੋ ਗਿਆ, ਰੇਹੜੀਆਂ ਲਾਉਣੀਆਂ ਪਈਆਂ ਉਹਨਾਂ ਨੂੰ, ਬਿਲਕੁਲ ਰੇਹੜੀਆਂ ਜਾਂ ਹੋਰ ਕਿੱਤੇ ਕਰਨੇ ਪਏ ਛੋਟੇ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦੇਖਣੀਆਂ ਸੀ ਕਿ ਇੱਕ ਸੰਕਟ 'ਚੋਂ ਗੁਜ਼ਰ ਰਹੇ ਸਮਾਜ ਦੇ ਲਈ ਕੇਂਦਰ ਸਰਕਾਰ ਕਿੰਨਾ ਕੁ ਪੁਸ਼ ਦਿੰਦੀ ਹੈ ਉਹਨਾਂ ਨੂੰ ਉਹਦੇ 'ਚੋਂ ਕੱਢਣ ਦੇ ਵਾਸਤੇ, ਉਹ ਕਿਤੇ ਦਿਖਾਈ ਨਹੀਂ ਦਿੱਤਾ। ਤਾਂ ਇਹਦੇ 'ਚੋਂ ਮੈਨੂੰ ਲੱਗਦਾ ਕਿ ਨਿਰਾਸ਼ਤਾ ਹੋਰ ਜ਼ਿਆਦਾ ਲੋਕਾਂ ਦੇ ਪੱਲੇ ਪਏਗੀ। ਲੋਕਾਂ ਦਾ 1 ਸਾਲ ਰੋਜੀ ਰੋਟੀ ਦੇ ਸੰਕਟ 'ਚ, ਵਿੱਦਿਆ, ਸਿਹਤ, ਸਾਰਿਆਂ ਦੇ ਸੰਕਟ 'ਚ ਉਹਦੀ ਹੋਰ ਜ਼ਿਆਦਾ ਗੁਜ਼ਰੂਗਾ। ਬਿਲਕੁਲ ਸਰ, ਜੇ ਅਸੀਂ ਦੇਖਦੇ ਹਾਂ 5 ਰਾਜਾਂ ਵਿੱਚ ਜਿਵੇਂ ਚੋਣਾਂ ਸੀਗੀਆਂ, ਤੇ ਇਸ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਕੁਝ ਵੱਡੇ ਐਲਾਨ ਹੋ ਸਕਦੇ ਨੇ। ਸੋ ਕਿਸਾਨਾਂ ਲਈ ਵੀ ਉਮੀਦ ਸੀ ਕਿ ਕੁਝ ਵੱਡੇ ਐਲਾਨ ਹੋ ਸਕਦੇ ਨੇ। ਜਿਵੇਂ ਤੁਸੀਂ ਦੱਸਿਆ ਕਿ ਇਸ ਬਜਟ ਵਿੱਚ ਕੁਝ ਨਹੀਂ ਮਿਲਿਆ, ਇਸ ਦਾ ਕੁਛ ਅਸਰ ਹੋਏਗਾ ਜਿਹੜਾ ਚੋਣਾਂ ਹੋਣ? ਮੈਨੂੰ ਤਾਂ ਲੱਗਦਾ ਕਿਸਾਨ ਲੀਡਰਾਂ ਨੇ ਤਾਂ ਕੱਲ੍ਹ ਇਹੀ ਕਿਹਾ ਵੀ ਉਹਨਾਂ ਨੇ ਖਿੱਚ ਦੇ ਵਿੱਚ ਸਾਡੇ ਨਾਲ
ਦੁਸ਼ਮਣੀ ਕਿਹੜ ਕੱਢੀ ਹੈ ਕਿ ਇਸ ਕਰਕੇ ਵੀ ਚੱਲ ਤੁਸੀਂ ਕਰ ਲਿਆ ਜੋ ਕਰ ਲਿਆ, ਹੁਣ ਸਾਡੀ ਜਿੰਨੀ ਬਦਨਾਮੀ ਕਰਨੀ ਸੀ ਹੋ ਗਿਆ। ਔਰ ਕਿਹਾ ਜਾ ਰਿਹਾ ਕਿ ਯੂਪੀ ਚੋਣਾਂ ਦੇ ਵਿੱਚ ਪੱਛਮੀ ਯੂਪੀ ਤੋਂ ਜ਼ਿਆਦਾ ਉਹਨਾਂ ਨੂੰ ਹਤਾਸ਼ਾ ਹੈਗੀ ਹੈ ਬੀਜੇਪੀ ਨੂੰ। ਬਾਰ-ਬਾਰ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਹਿੰਦੂ ਮੁਸਲਿਮ ਬਣਾਉਣ ਦੀ, ਪਰ ਇਸ ਵਾਰ ਕਿਸਾਨ ਜਿਹੜਾ ਹਿੰਦੂ ਮੁਸਲਿਮ ਨਹੀਂ ਬਣ ਪਾ ਰਿਹਾ, ਜਿਹਦੇ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਜੇ ਯੂਪੀ ਚਲੀ ਗਈ ਤਾਂ ਫਿਰ ਦੇਖੀ ਜੋ ਕੋਈ ਗੱਲ ਨਹੀਂ, ਇਹਨਾਂ ਨੂੰ ਵੀ ਸਬਕ ਸਿਖਾਓ ਥੋੜ੍ਹਾ ਬਹੁਤ। ਔਰ ਗੌਰਮੈਂਟਾਂ ਮੈਨੂੰ ਇਹ ਲੱਗਦਾ ਕਿ ਸਬਕ ਸਿਖਾਉਣਾ ਵੀ ਇੱਕ ਕਾਰਨ ਹੋ ਸਕਦਾ, ਪਰ ਜੇ ਸਬਕ ਨਾ ਵੀ ਸਿਖਾਇਆ, ਜਿਹੜੀ ਡਾਇਰੈਕਸ਼ਨ 'ਚ ਸਰਕਾਰ ਜਾ ਰਹੀ ਹੈ ਪਿਛਲੇ 6-7 ਸਾਲ ਤੋਂ, ਉਹ ਦਿਸ਼ਾ ਹੀ ਉਹ ਹੈ, ਉਹ ਕਾਰਪੋਰੇਟ ਦੇ ਸਾਈਡ 'ਤੇ ਜਾ ਰਹੀ ਹੈ ਅਤੇ ਲੋਕ ਉਹਦੇ 'ਚੋਂ ਮਾਈਨਸ ਨੇ, ਮਨਫੀ ਹੋ ਰਹੇ ਨੇ। ਅਤੇ ਲੋਕਾਂ ਦੀ ਜਿਹੜੀ ਹਾਲਾਂਕਿ ਭਾਸ਼ਣ ਲੋਕਾਂ ਦੇ ਪੱਖ 'ਚ ਹੋ ਰਹੇ ਨੇ, ਪਰ ਐਕਸ਼ਨ ਜਿਹੜੇ ਨੇ ਉਹ ਕਾਰਪੋਰੇਟਰਾਂ ਦੇ ਹੱਕ ਵਿੱਚ ਹੋ ਰਹੇ ਨੇ। ਬਿਲਕੁਲ ਜਿਸ ਤਰੀਕੇ ਦਾ ਸਰਕਾਰ ਦੀਆਂ ਜੇ ਅਸੀਂ ਪਿਛਲੀਆਂ ਨੀਤੀਆਂ ਨੂੰ ਵੀ ਨਜ਼ਰ ਆਉਂਦੇ ਹਾਂ, ਕਿਉਂਕਿ ਕਿਸਾਨਾਂ ਨੂੰ ਵੀ ਇਸੇ ਕਾਰਨ ਦਿੱਲੀ ਦੀਆਂ ਬਰੂਹਾਂ 'ਤੇ 1 ਸਾਲ ਬੈਠਣਾ ਪਿਆ, ਸੰਘਰਸ਼ ਲੜਨਾ ਪਿਆ। ਹੁਣ SKM ਵੱਲੋਂ ਕਾਲਸ ਦਿੱਤੀਆਂ ਜਾਂਦੀਆਂ ਨੇ, ਹੁਣ ਵੀ ਕੁਛ ਸੂਬਿਆਂ ਦੇ ਵਿੱਚ, ਚਾਹੇ ਯੂਪੀ ਦੀ ਗੱਲ ਕਰ ਲਈਏ, ਉੱਤਰਾਖੰਡ ਦੀ ਗੱਲ ਕਰ ਲਈਏ, ਅਤੇ BJP ਦੇ ਖਿਲਾਫ ਜਿਹੜੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ, ਪਰ ਪੰਜਾਬ ਵਿੱਚ ਉਸਦਾ ਅਸਰ ਨਹੀਂ ਦਿਖਾਈ ਦੇ ਰਿਹਾ। ਕੁਛ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿਆਸਤ ਵਿੱਚ ਆ ਗਈਆਂ, ਜਿਵੇਂ SSM ਦੀ ਗੱਲ ਕਰ ਲਈ ਅਸੀਂ, ਪਰ ਬਾਕੀ ਜਿਹੜੀਆਂ ਰਹਿੰਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਕੋਈ ਅਜਿਹਾ ਐਕਸ਼ਨ ਜਿਹੜਾ ਨਜ਼ਰ ਨਹੀਂ ਆ ਰਿਹਾ। ਇਹਦੇ 'ਚ ਜਿਹੜਾ SKM ਹੈ, ਸੰਯੁਕਤ ਕਿਸਾਨ ਮੋਰਚਾ, ਉਹਨੇ ਸ਼ੁਰੂ ਤੋਂ ਜਦੋਂ ਇਹ ਦੇਖ ਲਿਆ ਕਿ ਵੈਸੇ ਤਾਂ ਸਰਕਾਰ ਮੰਨਦੀ ਨਹੀਂ, ਇਹ ਵੋਟ ਜੇ ਪ੍ਰਭਾਵਿਤ ਹੋਏ ਤਾਂ ਹੀ ਮੰਨਦੀ ਹੈ, ਉਹਨਾਂ ਨੇ ਵੋਟ ਦੀ ਚੋਟ ਦਾ ਇੱਕ ਸਲੋਗਨ ਦਿੱਤਾ ਸੀ ਜਦੋਂ ਪੱਛਮੀ ਬੰਗਾਲ ਸਮੇਤ 5 ਰਾਜਾਂ ਦੀਆਂ ਚੋਣਾਂ ਸੀ। ਇਹ ਆਪ ਗਏ ਪੱਛਮੀ ਬੰਗਾਲ ਦੇ ਵਿੱਚ ਵੀ ਇੱਕ ਚਿੱਠੀ ਵੰਡੀ ਸੀ ਇਹਨਾਂ ਨੇ ਜਾ ਕੇ, ਜਿਹੜੀ ਉਸ ਲੈਵਲ 'ਤੇ। ਫਿਰ ਇਸ ਤੋਂ ਬਾਅਦ ਮੁਜ਼ੱਫਰਨਗਰ ਮਹਾਪੰਚਾਇਤ ਹੋਈ, ਉੱਥੇ ਵੀ ਇਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਯੂਪੀ ਦੇ ਵਿੱਚ ਪਿੰਡ ਹਰ ਜ਼ਿਲ੍ਹੇ 'ਚ ਜਾਵਾਂਗੇ, ਕਨਵੈਨਸ਼ਨਾਂ ਕਰਾਂਗੇ, ਜੇ ਉਹ ਸਾਰਾ ਕੁਛ ਕਰਾਂਗੇ। ਹੁਣ ਇੱਕ ਵਾਰ ਇਹ ਲੱਗਿਆ ਸੀ ਵੀ 3 ਕਾਨੂੰਨ ਵਾਪਸ ਲੈ ਲਏ, ਬਾਕੀ ਦਾ ਸਮਝੌਤਾ ਵੀ ਲਾਗੂ ਹੋ ਜਾਏਗਾ, ਪਰ ਉਹ ਬਾਕੀ ਦਾ ਸਮਝੌਤਾ ਜਿਹੜਾ ਲਾਗੂ ਨਹੀਂ ਹੋਇਆ, ਜਿਹਦੇ 'ਚ ਨਾ MSP ਦੀ ਕਮੇਟੀ ਬਣੀ, ਨਾ ਕੇਸ ਵਾਪਸ ਹੋਏ, ਨਾ ਜਿਹੜੇ ਮਰਨ ਵਾਲੇ ਬੰਦੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ, ਜਿਹੜੇ ਮਸਲੇ ਉਦੋਂ ਦੇ ਰਹਿ ਗਏ ਉਹ ਅਜੇ ਤੱਕ ਪੈਂਡਿੰਗ ਪਏ, ਉਹਨਾਂ ਤੇ ਕੋਈ ਹੱਲ ਨਹੀਂ ਹੋਇਆ। ਹੁਣ SKM ਦੀ ਜਿਹੜੀ ਮੀਟਿੰਗ ਹੋਈ ਹੈ, ਇਹਨਾਂ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਯੂਪੀ ਦੇ ਵਿੱਚ ਇੱਕ ਬੜਾ ਵੱਡਾ ਉਹ ਵੀ ਇੱਕ ਇਸ਼ਤਿਹਾਰ ਦਿੱਤਾ ਕਿ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਸਾਡੀਆਂ ਟੀਮਾਂ ਜਾਣਗੀਆਂ BJP ਨੂੰ ਹਰਾਉਣ ਦੀ, ਜਿਹੜੇ ਇੱਕ ਨਾਅਰਾ ਦਿੱਤਾ ਜਾਏਗਾ ਜਿਹੜਾ ਪਹਿਲਾਂ ਆਉਣਾ ਹੀ ਹੈ। ਯੂਪੀ ਬਿਹਾਰ ਇੱਥੇ ਇਹ ਤਾਂ ਫਿਰ ਸਾਰੇ ਦੇਸ਼ ਲਈ ਹੈ BJP ਨੂੰ ਹਰਾਉਣ ਦਾ ਨਾਅਰਾ ਤਾਂ ਨਾ, ਉਹ ਪੰਜਾਬ ਲਈ ਵੀ ਹੈ ਅਤੇ ਬਾਕੀ ਲਈ ਹੈ। ਅਤੇ ਪੰਜਾਬ ਦੇ ਵਿੱਚ ਵੀ ਉਹੀ ਜਿਹੀ ਇਸ਼ਤਿਹਾਰਬਾਜ਼ੀ, ਫਿਰ ਚਾਹੇ ਜਦੋਂ SKM ਦਾ ਇੱਕ ਅਪਰੋਚ ਹੈ ਸਾਰੇ ਕਿਤੇ, ਤਾਂ ਘੱਟੋ ਘੱਟ ਇਹ ਇੱਕ ਮੁਹਿੰਮ ਜਿਹੜੀਆਂ ਜਥੇਬੰਦੀਆਂ ਤਾਂ ਚੋਣ 'ਚ ਹੀ ਆ ਗਈਆਂ, ਉਹ ਤਾਂ ਪੈਰਲਲ ਚੋਣ 'ਚ ਆ ਗਈਆਂ ਬਾਕੀਆਂ ਦੇ ਮੁਕਾਬਲੇ, ਜਿਹੜੀਆਂ ਨਹੀਂ ਆਈਆਂ ਚੋਣ 'ਚ ਮੰਨ ਲਓ, ਉਹਨਾਂ ਨੇ ਤਾਂ SKM 'ਚੋਂ ਇਹਨਾਂ ਨੂੰ ਕੱਢ ਵੀ ਦਿੱਤਾ ਅਤੇ SKM 'ਚ ਉਹੀ ਰਹਿ ਗਈਆਂ। ਤਾਂ ਉਹਨਾਂ ਨੂੰ ਵੀ ਪੰਜਾਬ 'ਚ ਕੀ ਉਹ ਜਿਹਾ ਇੱਕ ਪੈਂਫਲੇਟ 'ਚ ਪਾ ਕੇ ਓਵਰਆਲ ਪਿੰਡਾਂ ਸ਼ਹਿਰਾਂ 'ਚ ਨਹੀਂ ਵੰਡਣਾ ਚਾਹੀਦਾ ਕਿ ਹਾਂ ਇੱਥੇ ਵੀ BJP, ਕਿਉਂਕਿ ਹਾਲਾਂਕਿ ਯੂਪੀ ਦੇ ਵਿੱਚੋਂ ਤਾਂ BJP 'ਚੋਂ ਬੰਦੇ ਟੁੱਟ ਰਹੇ ਨੇ, ਪੰਜਾਬ 'ਚ ਬੰਦੇ BJP 'ਚ ਧੜਾ-ਧੜ ਜਾ ਰਹੇ ਨੇ, ਧੜਾ-ਧੜ ਜਾ ਰਹੇ ਨੇ। ਤਾਂ ਇੱਥੇ ਮੈਨੂੰ ਲੱਗਦਾ ਹੋਰ ਵੀ ਜਿਆਦਾ ਵੱਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਸਾਰੀਆਂ ਧਿਰਾਂ ਦੀ BJP ਦੇ ਖਿਲਾਫ, ਕਿ ਜਿਹੜੇ ਬੰਦੇ ਜਾ ਰਹੇ ਨੇ ਉਹਨਾਂ ਨੂੰ ਵੀ ਘੱਟੋ ਘੱਟ ਸੀਸਾ ਦਿਖਾਇਆ ਜਾਏ, ਅਤੇ BJP ਦੇ ਖਿਲਾਫ ਵੀ ਇੱਕ ਮਾਹੌਲ ਕਿ ਜੇ ਤੁਸੀਂ ਨਹੀਂ ਕਰਦੇ, ਇਹ ਨਹੀਂ ਕਿ ਇਕੱਲੀ BJP ਕੋਈ ਦੁਸ਼ਮਣ ਹੈ ਜਾਂ ਬਾਕੀ ਹੈ, ਤੁਸੀਂ ਕੇਂਦਰ ਸਰਕਾਰ 'ਤੇ ਰਹਿੰਦੇ ਹੋਏ ਲਖੀਮਪੁਰ ਦੇ ਵਿੱਚ ਕਿਸਾਨ ਮਾਰ ਦਿੰਦੇ ਹੋ ਦਰੜ ਕੇ। SIT ਇਹ ਕਹਿ ਰਹੀ ਹੈ ਕਿ ਇਹ ਡਿਜ਼ਾਈਨ ਹੈ, ਇਹ ਅਚਾਨਕ ਹਮਲਾ ਨਹੀਂ ਹੈ, ਇਹ ਸੋਚੀ ਸਮਝੀ ਜਾਨ ਹੈ। ਫਿਰ ਵੀ ਬੰਦਾ ਸਟੇਟ ਹੋਮ ਮਿਨਿਸਟਰ ਦੇ ਅਹੁਦੇ ਉੱਤੇ ਹੈ, ਬਣਿਆ ਹੋਇਆ, ਮਤਲਬ ਉਹਦਾ ਅਸਰ ਫਿਰ ਪੰਜਾਬ 'ਤੇ ਸਾਰੇ ਕਿਤੇ ਦੇਖਣ ਨੂੰ ਉਸ ਲੈਵਲ 'ਤੇ ਮਿਲਣਾ ਚਾਹੀਦਾ। ਔਰ BJP ਦੇ ਲੀਡਰ ਤਾਂ ਜਿੱਥੇ ਵੀ ਨਿਕਲਦੇ ਨੇ ਉਹਨਾਂ ਦਾ ਘਰਾਓ ਕਰਕੇ ਕੁਐਸਚਨ ਹੋਰ ਜ਼ਿਆਦਾ ਪੁੱਛੇ ਪੈਂਦਾ, ਸਭ ਤੋਂ ਹੀ ਸਵਾਲ ਪੁੱਛੇ ਜਾਣੇ ਚਾਹੀਦੇ ਨੇ, ਪਰ ਉਹ ਤੋਂ ਜ਼ਿਆਦਾ ਪੁੱਛੇ ਜਾਣੇ ਚਾਹੀਦੇ ਨੇ ਕਿ ਤੁਸੀਂ ਕਿਵੇਂ ਉਸ ਮੂੰਹ ਨਾਲ ਫਿਰ ਦੁਬਾਰਾ ਆ ਰਹੇ ਹੋ ਜਦੋਂ ਸਾਡੇ ਨਾਲ ਕੀਤਾ ਗਿਆ ਐਗਰੀਮੈਂਟ, ਇੱਕ ਲਿਖਤੀ ਦਿੱਤਾ ਹੋਇਆ ਸਮਝੌਤਾ, ਉਹ ਲਾਗੂ ਨਹੀਂ ਕਰ ਰਹੇ, ਵੋਟਾਂ ਦੇ ਸਮੇਂ ਨਹੀਂ ਲਾਗੂ ਕਰ ਰਹੇ, ਵੋਟਾਂ ਲੈ ਕੇ 5 ਸਾਲ ਫਿਰ ਕਿਹਨੇ ਲਾਗੂ ਕਰਨਾ। ਇਸ ਕਰਕੇ ਬਹੁਤ ਕਾਫੀ ਵੱਡਾ ਇੱਕ ਕੁਐਸਚਨ ਹੈ ਪੰਜਾਬ ਦੀਆਂ ਜਥੇਬੰਦੀਆਂ 'ਤੇ ਵੀ, ਔਰ ਪੰਜਾਬ ਦੀਆਂ ਜਥੇਬੰਦੀਆਂ ਨੂੰ ਮੈਨੂੰ ਲੱਗਦਾ ਉਸ ਪਾਸੇ ਵੱਲ ਤੁਰਨਾ ਚਾਹੀਦਾ। ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਇਹੋ ਜਿਹਾ ਬਣੇਗਾ ਤਾਂ ਜ਼ਿਆਦਾ ਹੈ, ਮਤਲਬ ਤਾਂ ਜ਼ਿਆਦਾ ਉਹਨਾਂ ਨੂੰ BJP ਨੂੰ ਇਹ ਲੱਗੇਗਾ ਕਿ ਸੰਕਟ 'ਚ ਅਸੀਂ ਦੁਬਾਰਾ ਫਸ ਗਏ। ਹੁਣ ਪੰਜਾਬ 'ਚ ਤਾਂ BJP ਨੂੰ ਇਹ ਲੱਗ ਰਿਹਾ ਵੀ ਆਪਾਂ ਬਰਾਬਰ ਚੋਣਾਂ ਲੜ ਰਹੇ ਹਾਂ, ਕੋਈ ਗੱਲ ਨਹੀਂ, ਸਾਡੇ 'ਚ ਤਾਂ ਬੰਦੇ ਆ ਰਹੇ ਨੇ, ਲੱਗਦਾ ਹੈ ਕਿ ਸਾਡੇ ਵਿੱਚ ਲੋਕ ਸ਼ਾਮਿਲ ਹੋ ਰਹੇ ਨੇ। ਪਰ ਅਸੀਂ ਪਹਿਲਾਂ ਵੀ ਬਹੁਤ ਵਾਰ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਲੋਕ ਜਾ ਰਹੇ ਨੇ, ਇਹ ਦੇਖਣਾ ਹੋਏਗਾ, ਇਹ ਨਤੀਜਿਆਂ ਤੋਂ ਬਾਅਦ ਪਤਾ ਲੱਗੇਗਾ ਕਿ ਉਹਨਾਂ ਦੇ ਪਿੱਛੇ ਜਿਹੜੇ ਪੰਜਾਬ ਦੇ ਲੋਕ ਨੇ, ਜਿਹੜੇ ਵਰਕਰ ਨੇ, ਉਹ ਵੀ ਨਾਲ ਗਏ ਨੇ ਕਿ ਨਹੀਂ ਗਏ ਨੇ, ਇਹ ਨਤੀਜਿਆਂ ਤੋਂ ਬਾਅਦ ਪਤਾ ਲੱਗੇਗਾ।
ਬਿਲਕੁਲ ਸਰ, ਜੇ ਅਸੀਂ ਤੁਸੀਂ ਕਿਹਾ ਕਿ ਮੁੱਦੇ ਇਹ ਚੋਣਾਂ ਤੋਂ ਪਹਿਲਾਂ ਹੀ ਨਹੀਂ ਇਹ ਹੱਲ ਕਰ ਰਹੇ, ਕਿਉਂਕਿ ਉਦੋਂ ਬਹੁਤ ਲੰਬਾ ਸੰਘਰਸ਼ ਲੜਿਆ, ਉਦੋਂ ਉਹਨਾਂ ਨੇ ਕਿਹਾ ਸੀ ਕਿ ਬਹੁਤ ਸਾਰੇ ਜਥੇਬੰਦੀਆਂ ਇਸ ਗੱਲ ਤੇ ਅੜੀਆਂ ਹੋਈਆਂ ਸੀ ਕਿ ਅਸੀਂ ਵਾਪਸ ਨਹੀਂ ਆਵਾਂਗੇ ਜਦ ਤੱਕ ਸਾਡੇ ਬਾਕੀ ਸਾਰੇ ਮੁੱਦੇ ਵੀ ਹੱਲ ਨਹੀਂ ਹੁੰਦੇ। ਪਰ ਫਿਰ ਸਹਿਮਤੀ ਬਣੀ ਕਿ ਹੁਣ ਜਿਹੜੇ ਇਹ ਕੁਝ ਸਮੇਂ ਦੇ ਵਿੱਚ ਜਿਹੜੇ ਤੈਅ ਸਮੇਂ ਦੇ ਵਿੱਚ ਇਸ ਨੂੰ ਹੱਲ ਕਰ ਲਿਆ ਜਾਏਗਾ, ਕਮੇਟੀ ਬਣੇਗੀ, ਪਰ ਉਹ ਹੁਣ ਮੁੱਦੇ ਪੈਂਡਿੰਗ ਨੇ ਕਿਉਂਕਿ ਸਾਰਿਆਂ ਦਾ ਧਿਆਨ ਚੋਣਾਂ ਵਿੱਚ ਆ। ਬਹੁਤ ਸਾਰੀਆਂ ਜਥੇਬੰਦੀਆਂ ਕੁਝ ਜਿਹੜਾ ਸਮਰਥਨ ਦੇ ਰਹੀਆਂ ਨੇ ਜਾਂ ਪੰਜਾਬ ਵਿੱਚ ਬਹੁਤ ਸਾਰੀਆਂ ਪੋਲੀਟਿਕਸ ਵਿੱਚ ਆ ਗਈਆਂ। ਹੁਣ ਕੀ ਲੱਗਦਾ ਕਿ SKM ਦੁਬਾਰਾ ਉਹ ਮੁੱਦਿਆਂ ਤੇ ਲੜਾਈ ਲੜ ਪਾਏਗਾ, ਦੁਬਾਰਾ ਉਸ ਤੇ ਇਕਜੁੱਟ ਹੋ ਪਾਏਗਾ, ਕਿਹੋ ਜਿਹੀ ਰਣਨੀਤੀ ਰਹੇਗੀ? ਉਹ ਮੈਨੂੰ ਲੱਗਦਾ ਕਿ ਜਿੰਨਾ ਸੰਕਟ ਗਹਿਰਾਉਂਦਾ ਜਾਏਗਾ, ਸੰਕਟ ਮਜਬੂਰ ਕਰ ਦੇਗਾ ਲੜਨ ਲਈ, ਤਾਂ ਬੰਦਿਆਂ ਨੂੰ ਲੜਨਾ ਹੀ ਪਏਗਾ ਜਾਂ ਮਰਨਾ ਫਿਰ ਜਾਂ ਤਾਂ ਤੁਸੀਂ ਭੁੱਖੇ ਮਰੋ ਜਾਂ ਘਾਟੇ 'ਚ ਮਰੋ, ਕਰਜ਼ੇ ਨਾਲ ਖੁਦਕਸ਼ੀਆਂ ਕਰੋ ਜਾਂ ਲੜੋ। ਹੁਣ ਵੀ ਜਿਹੜੀ ਲੜਾਈ ਹੋਈ ਸੀ ਕਿ ਦੁਬਾਰਾ ਦਿੱਲੀ ਦੀਆਂ ਬਰੂਹਾਂ ਦਾ ਰੁਖ ਕਰ ਸਕਦੇ ਆ, ਕਿ ਅਜਿਹਾ ਵੀ ਕੁਝ ਹੋ ਸਕਦਾ। ਹੁਣ ਵੀ ਜਿਹੜੀ ਲੜਾਈ ਉਹਦਾ ਤਰੀਕਾ ਕੀ ਹੋਏਗਾ ਇਹ ਤਾਂ ਮੇਰਾ ਖਿਆਲ ਹੈ ਸੋਚ ਕੇ ਜਥੇਬੰਦੀਆਂ ਆਪਣੇ ਤਰੀਕੇ ਨਾਲ ਹੀ ਪੈਣਗੇ। ਦਿੱਲੀ ਵੀ ਜਾਣਾ ਸ਼ਾਇਦ ਪਹਿਲਾਂ ਵੀ ਕੋਈ ਤਰੀਕੇ 'ਚ ਨਹੀਂ ਸੀ, ਪਹਿਲਾਂ ਵੀ ਇਹੀ ਸੀ ਵੀ ਆਪਾਂ ਸ਼ਾਇਦ 2-3 ਦਿਨ ਲਈ ਜਾਣਾ ਤੇ ਸ਼ਾਇਦ 3 ਦਿਨ ਲਈ ਧਰਨਾ ਦੇ ਕੇ ਵਾਪਸ ਆ। ਹਾਲਾਤ ਤੁਹਾਨੂੰ ਕਿੱਧਰ ਨੂੰ ਲੈ ਜਾਂਦੇ ਨੇ, ਪਰ ਲੋਕਾਂ ਦੀ ਜਿਹੜੀ ਅਨਰੈਸਟ ਹੈ, ਬੇਚੈਨੀ ਹੈ, ਉਹ ਬੇਚੈਨੀ ਦਾ ਜੇਕਰ ਕੋਈ ਹੱਲ ਨਾ ਤਲਾਸ਼ਿਆ ਜਾਏ ਤਾਂ ਲਾਜ਼ਮੀ ਆ ਉਹ ਉੱਭਰ ਕੇ ਸਾਹਮਣੇ ਆਉਂਦੀ ਹੈ। ਕਈ ਵਾਰ ਗ੍ਰਹਿ ਯੁੱਧ ਵਰਗੀਆਂ ਸਥਿਤੀਆਂ ਬਣ ਜਾਂਦੀਆਂ ਨੇ ਔਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਹੋਇਆ ਕਿ ਜਿੱਥੇ ਅਨਾਜ ਦਾ ਸੰਕਟ ਆ ਗਿਆ, ਬਾਕੀ ਸੰਕਟ ਆ ਗਏ, ਲੋਕ ਇੱਕ ਦੂਜੇ ਤੋਂ ਖੋਹ ਕੇ ਖਾਣਾ ਸ਼ੁਰੂ ਕਰ ਦਿੰਦੇ ਨੇ। ਔਰ ਇਸ ਕਰਕੇ ਸਰਕਾਰ ਜੇ ਮਸਲਾ ਹੱਲ ਨਹੀਂ ਕਰੂਗੀ ਤਾਂ ਮਸਲਾ ਹੱਲ ਕਰਨ ਦੀ ਬਜਾਏ ਟਕਰਾਅ ਫਿਰ ਤਾਂ ਵਧੂਗਾ ਹੀ ਵਧੂਗਾ। ਜੇ ਹੱਲ ਕਰਨ ਵੱਲ ਜਾਏਗੀ, ਜੇ ਆਪਣੀ ਕਮਿਟਮੈਂਟ, ਆਪਣੀ ਪ੍ਰਤੀਬੱਧਤਾ, ਜਿਹਦੇ ਨਾਲ ਦੋ ਬੰਦਿਆਂ ਨੇ ਇੱਕ ਫੈਸਲਾ ਕੀਤਾ, ਇੱਕ ਸੈਂਟਿਟੀ ਹੁੰਦੀ ਹੈ। ਤੁਸੀਂ ਦੇਖੋ ਕਿ ਬੇਵਿਸ਼ਵਾਸੀ ਕਿੰਨੀ ਹੋਈ ਹੈ। ਪ੍ਰਧਾਨ ਮੰਤਰੀ ਨੇ ਪਬਲਿਕਲੀ TV ਤੇ ਆ ਕੇ ਜਨਤਕ ਤੌਰ ਤੇ ਐਲਾਨ ਕਰਤਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਤੇ 19 ਨਵੰਬਰ ਨੂੰ ਕਿ ਮੈਂ ਵਾਪਸ ਲੈਂਦਾ ਬਿੱਲ। ਕਿਸੇ ਨੇ ਯਕੀਨ ਨਹੀਂ ਕੀਤਾ। ਬਿਲਕੁਲ, ਉਹ ਲੋਕ ਕਹਿੰਦੇ ਨੇ ਪਹਿਲਾਂ ਪਾਰਲੀਮੈਂਟ ਕਰੇ, ਫਿਰ ਰਾਸ਼ਟਰਪਤੀ ਦੀ ਮੋਹਰ ਲੱਗੇ ਤਾਂ ਅਸੀਂ ਮੰਨਾਂਗੇ, ਤਾਂ ਮੁੱਕਰ ਸਕਦਾ। ਕੋਈ ਹਲਚਲ ਨਜ਼ਰ ਨਹੀਂ ਆਈ। ਕੋਈ ਹਲਚਲ, ਜਿਹੜੇ ਸਾਲ ਦੇ ਬੈਠੇ ਸੀ, ਹਲਕੇ ਅੰਦਾਜ਼ਾ ਹੀ ਲਗਾਇਆ ਜਾ ਰਿਹਾ ਸੀ ਕਿ ਉੱਥੇ ਜਸ਼ਨ ਹੋਣਗੇ। ਉਹ ਕਹਿੰਦੇ ਨਹੀਂ, ਸਾਨੂੰ ਯਕੀਨ ਹੀ ਨਹੀਂ ਹੈ। ਤੇ ਫਿਰ ਉਹ ਉਹਨੇ ਦਿਨ ਵੇਟ ਕੀਤਾ, ਫਿਰ ਬਾਕੀ ਮੰਗਾਂ ਤੇ ਵੀ ਵੇਟ ਕੀਤਾ ਵੀ ਇਹਨਾਂ ਦਾ ਫਿਰ ਨਹੀਂ ਪਤਾ ਵੀ ਉਹ ਲਿਖ ਕੇ ਦੇਣ, ਉਹ ਵੀ ਲਿਖ ਕੇ ਦੇਤੀਆਂ। ਇਹ ਪ੍ਰਭਾਵ ਕਿਉਂ ਬਣਦਾ? ਕਿਉਂਕਿ ਤੁਸੀਂ ਮੁੱਕਰ ਗਏ ਹੋ। ਹਾਂ ਬਿਲਕੁਲ, ਦੁਬਾਰਾ ਵਾਲੀਆਂ ਤੋਂ ਵੀ ਮੁੱਕਰ ਗਏ। ਉਹ ਟਾਈਮ ਬਾਉਂਡ ਸੀ, MSP ਤੇ ਕਮੇਟੀ ਬਣਦੀ, ਬਾਕੀ ਦੀਆਂ ਚੀਜ਼ਾਂ ਕਰਦੇ। ਔਰ ਇਹ ਸਾਰੀਆਂ ਚੀਜ਼ਾਂ ਮੈਨੂੰ ਇਹ ਲੱਗਦਾ ਕਿ ਹੌਲੀ ਹੌਲੀ ਲੜਾਈ ਦਾ ਮੰਚ ਤਾਂ ਹਮੇਸ਼ਾ ਹੀ ਤਿਆਰ ਰਹਿਣਾ। ਜਦੋਂ ਜਿਵੇਂ ਸਮਾਜ ਸੰਕਟ 'ਚ ਰਹੂਗਾ ਤੇ ਉਹ ਸੰਕਟ ਵਾਲੀਆਂ ਧਿਰਾਂ ਲੜਨ ਦੇ ਲਈ ਮਜਬੂਰ ਵੀ ਹੋਣਗੀਆਂ ਔਰ ਲੜਨ ਦੀ ਲੋੜ ਵੀ ਰਹੇਗੀ ਹਮੇਸ਼ਾ ਹੀ। ਜਦੋਂ ਲੜਨ ਦੀ ਲੋੜ ਹੁੰਦੀ, ਉਹ ਪਾਸ ਦੀ ਇੱਕ ਕਵਿਤਾ ਹੈ ਨਾ ਕਿ ਜਦ ਤੱਕ ਉਹ ਲੜਾਈ ਹੋਏਗੀ ਜਦ ਤੱਕ ਲੜਨ ਦੀ ਲੋੜ ਬਾਕੀ ਹੈ। ਲੜਨ ਦੀ ਲੋੜ ਤਾਂ ਹੈ ਹੀ ਹੈ ਫਿਰ, ਜਦੋਂ ਤੁਸੀਂ ਆਪਣੀ ਜ਼ਿੰਦਗੀ, ਆਪਣੀ ਹੋਂਦ ਦੇ ਸੰਕਟ ਨਾਲ ਜੂਝ ਰਹੇ ਹੁੰਦੇ ਹੋ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਟਕਰਾਅ ਵੀ ਆਉਂਦੇ ਨੇ, ਕਈ ਵਾਰ ਟੁੱਟ ਭੱਜ ਹੁੰਦੀ ਆ, ਅਲੱਗ ਗੱਲਾਂ ਨੇ। ਸਮਾਜ ਫਿਰ ਲੜਾਈ ਲਈ ਮੁੜ ਕੇ ਦੁਬਾਰਾ ਇਕੱਠਾ ਹੁੰਦਾ, ਨਿਰਾਸ਼ ਵੀ ਹੁੰਦਾ। ਪੰਜਾਬ 'ਚ ਕਿੰਨੀਆਂ ਹੀ ਮੂਵਮੈਂਟਾਂ ਚੱਲੀਆਂ ਨੇ, ਕਈ ਸਫਲ ਵੀ ਹੋ ਗਈਆਂ, ਕਈ ਸਫਲ ਵੀ ਹੋ ਗਈਆਂ। ਫਿਰ ਕੁਝ ਸਾਲਾਂ ਬਾਅਦ ਫਿਰ ਉਹੀ ਮਾਹੌਲ ਬਣ ਜਾਂਦਾ। ਫਿਰ ਇੱਕ ਨਵੀਂ ਪੀੜ੍ਹੀ ਆਉਂਦੀ ਹੈ ਵੀ ਨਹੀਂ। ਨਾਲੇ ਕਿਸਾਨੀ ਦਾ ਤਾਂ ਸਵਾਲ ਹੀ ਇਹ ਹੈ। ਆਹ ਹੁਣ ਬਰਸਾਤ ਹੈ, ਇਹਦੇ ਨਾਲ ਅੱਧਿਆਂ ਦੀਆਂ ਫਸਲਾਂ ਗਲ ਗਈਆਂ, ਮਤਲਬ ਆਲੂ ਦੀ ਫਸਲ ਜਾਂ ਬਾਕੀ ਦੀਆਂ ਫਸਲਾਂ। ਮੁੜ ਕੇ ਉਹਨੇ ਫਿਰ ਬੀਜਣੀ, ਉਹ ਬੀਜਣੀ ਹੈ। ਇਹ ਥੋੜ੍ਹੀ ਹੈ ਕਿ ਉਹਨੇ ਨਹੀਂ ਬੀਜਣੀ ਔਰ ਉਹ ਫਸਲ ਫਿਰ ਮੁੜ ਕੇ ਬੀਜੇਗਾ। ਬਿਲਕੁਲ, ਤੇ ਜਦ ਇਸੇ ਲਈ ਸੰਘਰਸ਼ ਦੀ ਵੀ ਇੱਕ ਫਸਲ ਹੀ ਹੈ ਤੇ ਜਿਹੜੀ ਬਾਰ-ਬਾਰ ਉੱਗੇਗੀ ਤੇ ਬਾਰ-ਬਾਰ ਬੀਜਣੀ ਪਏਗੀ। ਬਿਲਕੁਲ ਸਰ, ਮੁੱਦੇ ਮਸਲੇ ਹੋਰ ਵੀ ਹੈਗੇ ਨੇ, ਪਰ ਇੱਥੇ ਰੁਕ ਰਹੇ ਹਾਂ ਕਿ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਚਰਚਾ ਦਾ ਮੁੱਦਾ, ਤੇ ਚਰਚਾ ਦੇ ਲਈ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ। ਸਰ, ਇਸ ਤੋਂ ਪਹਿਲਾਂ ਅਸੀਂ ਜਿਹੜਾ ਕੁਝ ਮਸਲਿਆਂ ਤੇ ਗੱਲਬਾਤ ਕੀਤੀ, ਤੇ ਹੁਣ ਅਸੀਂ ਪੰਜਾਬ ਦੇ ਮਸਲਿਆਂ ਦੇ ਲਈ, ਕਿਉਂਕਿ ਚੋਣਾਂ ਦਾ ਸਮਾਂ, ਸਾਰੀਆਂ ਸਿਆਸੀ ਪਾਰਟੀਆਂ, ਸਿਆਸੀ ਲੀਡਰ ਵੱਖ-ਵੱਖ ਦਾਅਵੇ ਕਰਦਿਆਂ ਨੇ। ਕੋਈ ਪੰਜਾਬ ਮਾਡਲ ਦੀ ਗੱਲ ਕਰਦਾ ਹੈ, ਕੋਈ ਦਿੱਲੀ ਮਾਡਲ ਦੀ ਗੱਲ ਕਰਦਾ ਹੈ। ਸੋ ਕੋਈ ਵੱਖ-ਵੱਖ ਜਿਹੜੇ 10-10 ਸਾਲ, 15-15 ਸਾਲ ਜਿਹੜੇ ਸਰਕਾਰਾਂ ਰਾਜ ਕਰ ਚੁੱਕੀਆਂ, ਉਹ ਵੀ ਕਹਿੰਦੀਆਂ ਕਿ ਇਹ ਚੀਜ਼ ਹੋਈ ਨਹੀਂ, ਇਹ ਅਸੀਂ ਕਰਾਂਗੇ ਜਿਹੜੀ ਪਹਿਲਾਂ ਨਹੀਂ ਕਰ ਸਕੀਆਂ। ਸੋ ਵੱਖ-ਵੱਖ ਤਰੀਕੇ ਦੇ ਐਲਾਨ ਕੀਤੇ ਜਾਂਦੇ ਨੇ। ਸੋ ਪੰਜਾਬ ਮਾਡਲ, ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਮਾਡਲ ਦੀ ਗੱਲ ਕਰਦੇ ਨੇ ਤਾਂ ਉਦੋਂ ਉਹਦੇ ਵਿੱਚ ਰੇਤ ਕਾਰਪੋਰੇਸ਼ਨ, ਸ਼ਰਾਬ ਕਾਰਪੋਰੇਸ਼ਨ, ਇਸ ਦੀ ਗੱਲ ਕਰਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਕੀ ਵਾਕਈ ਇਸ ਤੋਂ ਇਨਕਮ ਆ ਸਕੇਗੀ? ਕਿਉਂਕਿ ਇਹੀ ਰੌਲਾ ਪਾਇਆ ਜਾਂਦਾ ਜਦੋਂ ਕੇਜਰੀਵਾਲ ਪੰਜਾਬ ਵਿੱਚ ਆਉਂਦੇ ਨੇ, ਉਹ ਵੀ ਇਹੀ ਕਹਿੰਦੇ ਨੇ ਕਿ ਮੈਂ ਇੱਥੋਂ ਪੈਸਾ ਬਚਾ ਕੇ ਪੰਜਾਬ ਦਾ ਵਿਕਾਸ ਕਰਾਂਗਾ। ਜਦੋਂ ਨਵਜੋਤ ਸਿੰਘ ਸਿੱਧੂ ਗੱਲ ਕਰਦੇ ਨੇ ਤਾਂ ਉਹ ਵੀ ਇਹੀ ਗੱਲ ਕਰਦੇ ਨੇ ਕਿ ਮੈਂ ਇਹ ਕਾਰਪੋਰੇਸ਼ਨਾਂ ਬਣਾ ਕੇ ਜਿਹੜਾ ਇਨਕਮ ਸੋਰਸ ਵਧਾਊਂਗਾ ਤੇ ਪੰਜਾਬ ਦੇ ਮਸਲੇ ਜਿਹੜਾ ਹੱਲ ਕਰੂੰਗਾ। ਅਸਲ ਦੇ ਵਿੱਚ ਇਹਨੂੰ 2-3 ਪੱਖਾਂ ਤੋਂ ਦੇਖਣ ਦੀ ਲੋੜ ਹੈ। ਇੱਕ ਤਾਂ ਗੱਲ ਕਲੀਅਰ ਹੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਟੈਕਸ ਨੇ ਉਹਨਾਂ ਦੀ ਚੋਰੀ ਹੁੰਦੀ ਹੈ ਜੀ।
ਚਾਹੇ ਉਹ ਰੇਤ ਦੇ ਪੱਖ ਤੋਂ ਹੋਵੇ ਟੈਕਸ ਜਿੰਨਾ ਮਿਲਣਾ ਚਾਹੀਦਾ, ਚਾਹੇ ਉਹ ਸ਼ਰਾਬ ਦੇ ਪੱਖ ਤੋਂ ਹੋਵੇ, ਚਾਹੇ ਉਹ ਜਨਰਲੀ ਵੀ ਮੈਨੂੰ ਲੱਗਦਾ ਜੋ ਚੀਜ਼ਾਂ ਲੋਕ ਵੈਸੇ ਵੀ ਖਰੀਦਦੇ ਨੇ ਉਹ ਸਾਰੀਆਂ ਮਾਮਲਿਆਂ ਦੇ ਵਿੱਚ, ਕਿਉਂਕਿ ਪੰਜਾਬ ਖਪਤਕਾਰ ਦੇ ਮਾਮਲੇ ਦੇ ਵਿੱਚ ਅੱਜ ਵੀ ਨੰਬਰ 1 ਸਟੇਟ ਹੈ ਸੂਬੇ ਦੇਸ਼ ਦੀ, ਪਰ ਟੈਕਸ ਘੱਟ ਇਕੱਠਾ ਹੋ ਰਿਹਾ ਮੁਕਾਬਲਤਨ। ਇਹਦਾ ਮਤਲਬ ਸਾਫ਼ ਹੈ ਕਿ ਟੈਕਸ ਚੋਰੀ ਹੋ ਰਹੀ ਹੈ, ਟੈਕਸ ਚੋਰੀ ਕਿਸੇ ਦੇ ਨਿੱਜੀ ਜੇਬਾਂ ਦੇ ਵਿੱਚ ਜਾ ਰਹੀ ਹੈ। ਹੁਣ ਉਹਨੂੰ ਰੋਕਣਾ ਕਿਵੇਂ ਹੈ? ਇਹ ਪ੍ਰਪੋਜ਼ਲਾਂ ਨੇ ਆਪੋ ਆਪਣੀਆਂ। ਪ੍ਰਪੋਜ਼ਲਾਂ ਕੀ ਨੇ? ਪ੍ਰਪੋਜ਼ਲ ਇਹ ਹੈ ਵੀ ਕਾਰਪੋਰੇਸ਼ਨ ਬਣਾ ਦਿਓ ਜੀ। ਔਰ ਇਦੋਂ ਪਹਿਲਾਂ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਇਦੋਂ ਪਹਿਲਾਂ ਜਦੋਂ ਸਾਡਾ ਸੂਬੇ ਦੇ ਵਿੱਚ ਕਾਰਪੋਰੇਸ਼ਨਾਂ ਬਣਨ ਲੱਗੀਆਂ, 29 ਕਾਰਪੋਰੇਸ਼ਨਾਂ ਇਦੋਂ ਪਹਿਲਾਂ ਸੀ ਸਾਡੇ ਸਟੇਟ ਦੇ ਵਿੱਚ। PRTC ਵੀ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਸੀਗੀਆਂ, ਔਰ ਜਿੰਨੀਆਂ ਕਾਰਪੋਰੇਸ਼ਨਾਂ ਜਿਹੜੀਆਂ ਵੱਖ-ਵੱਖ ਖਿੱਤਿਆਂ ਦੇ ਵਿੱਚ ਹੋਰ ਬਣਾਈਆਂ ਸੀ ਉਹ ਸਾਰੀਆਂ ਸੀ, ਉਹ ਵੀ ਇਸੇ ਲਈ ਬਣਾਈਆਂ ਸੀ ਵੀ ਜੇ ਕਾਰਪੋਰੇਸ਼ਨਾਂ ਡਿਪਾਰਟਮੈਂਟ ਦੀ ਬਜਾਏ ਬਣਾ ਦਈਏ ਤਾਂ ਉਹ ਕਾਰਪੋਰੇਸ਼ਨਾਂ ਸ਼ਾਇਦ ਵੱਖ-ਵੱਖ ਟਾਈਪ ਦੀਆਂ ਜ਼ਿਆਦਾ ਤਰੱਕੀ ਕਰਾਉਣਗੀਆਂ ਅਤੇ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਜਾਂ ਬਾਕੀ ਮਿਲੇਗਾ। ਸਾਡਾ ਕਾਰਪੋਰੇਸ਼ਨਾਂ ਦਾ ਤਜਰਬਾ ਇਹ ਰਿਹਾ ਪੰਜਾਬ ਦੇ ਵਿੱਚ, ਬਹੁਤ ਗਿਣਤੀ ਕਾਰਪੋਰੇਸ਼ਨਾਂ ਸਾਡੀਆਂ ਘਾਟੇ ਚਲੀਆਂ ਗਈਆਂ, ਕਈ ਬੰਦ ਹੋ ਗਈਆਂ ਨੇ, ਕਈ ਬੰਦ ਹੋਣ ਦੀ ਕਗਾਰ 'ਤੇ ਨੇ, ਬਹੁਤ ਥੋੜ੍ਹੀਆਂ ਨੇ। ਕਿਉਂ? ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਚਲਾਉਂਦਾ ਕੌਣ ਹੈ? ਉਹਨਾਂ ਨੂੰ ਉਹੀ ਬਿਊਰੋਕਰੇਟ ਚਲਾਉਂਦਾ ਜਿਹੜਾ ਬਿਊਰੋਕਰੇਟ ਸਰਕਾਰ ਚਲਾਉਂਦਾ। ਜਿਹੜਾ ਬਿਊਰੋਕਰੇਟ ਡਿਪਾਰਟਮੈਂਟ ਦਾ ਹੈੱਡ ਹੈ, ਸੈਕਟਰੀ ਹੈ, ਉਹੀ MD ਹੈ ਕਾਰਪੋਰੇਸ਼ਨ ਦਾ ਵੀ ਬਣਦਾ, ਬਦਲ ਕੇ ਉਹੀ IAS ਲੌਬੀ ਅਤੇ ਉਹੀ PCS ਉਹੀ ਨੇ ਨਾ। ਕਾਰਪੋਰੇਸ਼ਨ 'ਚ ਜਾਣ ਨਾਲ ਉਹਦਾ ਹਿਰਦੇ ਪਰਿਵਰਤਨ ਕਿਵੇਂ ਹੋ ਜਾਊਗਾ? ਆਪੋ ਆਪਣੇ ਡਿਪਾਰਟਮੈਂਟ, ਆਪੋ ਆਪਣੀ ਗਵਰਨਮੈਂਟ ਦੀ ਫੰਕਸ਼ਨਿੰਗ ਜੇ ਉਹ ਠੀਕ ਨਹੀਂ ਕਰ ਸਕਦੇ, ਲੋਕਾਂ ਨੂੰ ਡਿਲੀਵਰੀ ਨਹੀਂ ਕਰ ਸਕਦੇ ਸਰਵਿਸ ਦੀ ਬਾਕੀ, ਤਾਂ ਕਾਰਪੋਰੇਸ਼ਨ 'ਚ ਜਾ ਕੇ ਕਿਵੇਂ ਹੋ ਜਾਏਗੀ? ਪਹਿਲੀ ਗੱਲ ਤਾਂ ਇਹ ਬੜਾ ਵੱਡਾ ਸਵਾਲ ਹੈ। ਔਰ ਨਾਲ ਇਹ ਦੇਖਣਾ ਵੀ ਹੈ, ਤੁਸੀਂ ਦੇਖੋ ਸਾਡੀ ਕਾਰਪੋਰੇਸ਼ਨਾਂ ਘਾਟੇ ਜਾਂਦੀਆਂ ਰਹੀਆਂ, ਚਾਹੇ ਹਰਿਆਣੇ ਦੀ ਵੀ ਤਾਂ ਕਾਰਪੋਰੇਸ਼ਨ ਸੀ ਜਿਹੜੀ ਬੱਸਾਂ ਦੀ, ਪ੍ਰਾਈਵੇਟ ਬੱਸਾਂ ਨਹੀਂ, ਹਰਿਆਣੇ 'ਚ ਕਾਰਪੋਰੇਸ਼ਨ ਉਹ ਚੱਲ ਰਹੀ ਹੈ, ਹਿਮਾਚਲ ਦੀ ਕਾਰਪੋਰੇਸ਼ਨ ਚੱਲ ਰਹੀ ਹੈ, ਰਾਜਸਥਾਨ ਵਾਲੀ ਕਾਰਪੋਰੇਸ਼ਨ ਚੱਲ ਰਹੀ ਹੈ, ਪਰ ਸਾਡੇ ਮੈਜੋਰਟੀ ਧੜਾ ਧੜ ਪਰ ਪ੍ਰਾਈਵੇਟ ਟਰਾਂਸਪੋਰਟ ਆ ਗਈ ਹੈ ਅਤੇ ਜੀ ਕਹਿੰਦਾ ਇਹ ਨਹੀਂ ਚੱਲ ਰਹੀ ਹੈ, ਠੀਕ ਨਹੀਂ ਹੈ। ਸਾਡਾ ਬੋਰਡ ਤੋੜਤਾ, ਬਿਜਲੀ ਬੋਰਡ ਜਿਹੜਾ ਚੱਲਣ ਦੀ ਗੱਲ ਸੀ ਵੀ ਇਹ ਨਹੀਂ ਚੱਲੂ, ਉਹਨੂੰ ਕਾਰਪੋਰੇਸ਼ਨਾਂ 'ਚ ਬਦਲਤਾ, ਹੁਣ ਕਹਿੰਦੇ ਅਸੀਂ ਫੇਰ ਸੰਕਟ 'ਚ, ਹੁਣ ਪ੍ਰਾਈਵੇਟਾਈਜੇਸ਼ਨ ਆਊਗੀ। ਸਾਡਾ ਜਿਹੜਾ ਇਹ ਤਰੀਕਾਕਾਰ ਹੈ ਕਿ ਅਸੀਂ ਸਰਕਾਰੀ ਡਿਪਾਰਟਮੈਂਟਾਂ ਨੂੰ ਤੋੜ ਕੇ ਅਰਧ ਸਰਕਾਰੀ ਕਾਰਪੋਰੇਸ਼ਨਾਂ ਬਣਾਈਆਂ, ਫਿਰ ਕਾਰਪੋਰੇਸ਼ਨਾਂ ਤੋਂ ਨਿੱਜੀਕਰਨ ਵੱਲ ਚਲੇ ਗਏ। ਹੁਣ ਕੀ ਨਿੱਜੀਕਰਨ ਤੋਂ ਮੁੜ ਕੇ ਲਿਆਉਣਾ ਚਾਹੁੰਦੇ ਆ? ਜਾਂ ਤਾਂ ਇੱਕ ਡਿਵੈਲਪਮੈਂਟ ਦੇ ਓਵਰਆਲ ਮਾਡਲ 'ਤੇ ਤੁਹਾਨੂੰ ਸਵਾਲ ਕਰਨਾ ਪਏਗਾ ਕਿ ਅਸੀਂ ਪ੍ਰਾਈਵੇਟ ਤਰੀਕੇ ਦਾ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ, ਇਹਦੀ ਬਜਾਏ ਅਸੀਂ ਜਿਹੜਾ ਸਰਕਾਰੀ ਪਬਲਿਕ ਸੈਕਟਰ ਦੇ ਮਾਡਲ ਨੂੰ ਹੀ ਮਜ਼ਬੂਤ ਕਰਨਾ ਚਾਹੁੰਦੇ ਹਾਂ, ਅਤੇ ਉਸੇ ਤਰੀਕੇ ਦੇ ਨਾਲ ਸਾਡੇ ਸਿਸਟਮ ਦੇ ਵਿੱਚ ਆਇਆ। ਸਾਡੀ ਹੈਲਥ ਸਿਸਟਮ ਕਾਰਪੋਰੇਸ਼ਨ ਵੀ ਆਈ ਬਣਾਈ ਸੀ ਵੀ ਹਸਪਤਾਲ ਵਧੀਆ ਹੋ ਜਾਣਗੇ, ਡਾਕਟਰ ਬਹੁਤ ਵਧੀਆ ਦਵਾਈ ਦੇਣਗੇ, ਡਿਪਾਰਟਮੈਂਟ ਪਹਿਲਾਂ ਚੱਲਦਾ ਸੀ। ਕੀ ਹਾਲ ਹੈ ਹੈਲਥ ਸਿਸਟਮ? ਬਿਲਡਿੰਗਾਂ ਬਣ ਗਈਆਂ ਪਰ ਲੋਕਾਂ ਨੂੰ ਇਲਾਜ ਤਾਂ ਨਹੀਂ ਮਿਲ ਰਿਹਾ ਉਹਦੇ ਹਸਪਤਾਲਾਂ ਦੇ ਵਿੱਚ, ਕਿੱਥੇ ਮਿਲ ਰਿਹਾ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕੀ ਉਹੀ ਹਾਲ ਹੈ। ਇੱਕ ਤਾਂ ਕੇਵਲ ਕਾਰਪੋਰੇਸ਼ਨ ਕੋਈ ਐਸੀ ਚਿੜੀਆ ਦਾ ਨਾਂ ਹੈ ਕਿ ਉਹਦੇ ਨਾਲ ਇਹ ਹੋ ਜਾਊਗਾ, ਇਹ ਆਪਣੇ ਆਪ 'ਚ ਕੋਈ ਚੀਜ਼ ਨਹੀਂ ਹੈ ਕਾਰਪੋਰੇਸ਼ਨ। ਤੁਸੀਂ ਉਹਦਾ ਗਵਰਨੈਂਸ ਦਾ ਸਿਸਟਮ ਕਿਵੇਂ ਸੁਧਾਰੋਗੇ, ਉਹਦੇ 'ਚੋਂ ਕਰਪਸ਼ਨ ਕਿਵੇਂ ਦੂਰ ਹੋਏਗੀ, ਕਿਵੇਂ ਠੀਕ ਹੋਏਗਾ? ਜਿਵੇਂ ਤਾਮਿਲਨਾਡੂ ਨਾਲ ਗੱਲ ਕਰ ਰਹੇ ਹਾਂ ਵੀ ਤਾਮਿਲਨਾਡੂ ਨੇ ਐਂ ਕੀਤਾ ਜੀ, ਤਾਮਿਲਨਾਡੂ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਦਾ ਇੱਕ ਅਨਰਜਿਸਟਰਡ ਸਮਝੌਤਾ ਕਿ ਕੋਈ ਵੀ ਬੰਦਾ ਕਰਪਸ਼ਨ ਨਹੀਂ ਕਰੂ, ਐਜੂਕੇਸ਼ਨ ਬੈਸਟ ਹੋਊਗੀ, ਬੈਟਰ ਹੋਏਗੀ। ਸਾਡੇ ਤਾਂ ਐਜੂਕੇਸ਼ਨ 'ਚ ਵੀ ਉਹੀ ਹਾਲ ਹੋ ਰਿਹਾ। ਇਹ ਚੀਜ਼ਾਂ ਨੂੰ ਵੀ ਨਾਲ ਦੇਖਣ ਦਾ ਸਵਾਲ ਹੈ। ਇਹ ਠੀਕ ਹੈ ਕਿ ਜੇ ਕਾਰਪੋਰੇਸ਼ਨ ਵਾਲੇ ਦੇ ਬਿਲਕੁਲ ਪ੍ਰਾਈਵੇਟ ਜਾਂ ਕੋਈ ਹੋਰ ਤਰੀਕੇ ਦਾ ਮਤਲਬ ਇਹ ਹੈ ਕਿ ਐਕਸਪਰਟਸ ਬਿਠਾਓ, ਉਹ ਜਿਹੜਾ ਘੱਟ ਤੋਂ ਘੱਟ ਲੂਪ ਹੋਲ ਵਾਲਾ ਤਰੀਕਾ ਦੱਸਦੇ ਨੇ ਉਹੋ ਜਿਹਾ ਤਰੀਕਾ ਕੋਈ ਇਵਾਲਵ ਕਰੋ। ਮਤਲਬ ਕੇਵਲ ਇੰਨਾ ਹੁੰਦਾ ਕੀ ਹੈ। ਅਗਲੀ ਇੱਕ ਗੱਲ ਹੋਰ ਹੈ ਕਿ ਕੀ ਅਸੀਂ ਲੋਕਾਂ ਨੂੰ ਬਹੁਤੇ ਸ਼ਰਾਬੀ ਬਣਾ ਕੇ ਸ਼ਰਾਬ ਤੋਂ ਹੀ ਪੈਸੇ ਲੁੱਟਣੇ? ਬਿਲਕੁਲ ਮੁੱਦਾ ਇਸੇ ਮੁੱਦੇ ਤੇ ਆ ਰਿਹਾ ਸੀ ਕਿ ਦਿੱਲੀ ਵਿੱਚ ਵੀ ਦੁਕਾਨਾਂ ਜਿਹੜੀਆਂ ਸ਼ਰਾਬ ਦੀਆਂ ਵੱਧ ਗਈਆਂ, ਡਰਾਈ ਡੇ ਜਿਹੜੇ ਉਹ ਘਟਾ ਦਿੱਤੇ। ਪੰਜਾਬ ਵਿੱਚ ਵੀ ਲਗਾਤਾਰ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਦੀ ਗੱਲ ਕਰਦੇ ਨੇ ਤਾਂ ਸ਼ਰਾਬ ਕਾਰਪੋਰੇਸ਼ਨ ਦੀ ਵੀ ਗੱਲ ਕਰਦੇ ਨੇ। ਇੱਕ ਪਾਸੇ ਤਾਂ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਔਰਤਾਂ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਚਾਹੁੰਦੀਆਂ ਕਿ ਸਾਡੇ ਠੇਕੇ ਨਾ ਖੋਲ੍ਹੋ, ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਹੈ। ਬਹੁਤ ਥਾਵਾਂ 'ਤੇ ਔਰਤਾਂ ਨੇ ਖੁਦ ਠੇਕੇ ਬੰਦ ਵੀ ਕਰਾਏ ਨੇ ਪਿੰਡਾਂ ਦੇ ਵਿੱਚ। ਦੂਜੇ ਪਾਸੇ ਅਸੀਂ ਕਹਿੰਦੇ ਕਿ ਸਾਰਾ ਪੈਸਾ ਅਸੀਂ ਸ਼ਰਾਬ ਤੋਂ ਇਕੱਠਾ ਕਰਨਾ ਤਾਂ ਦੇਸ਼ ਦਾ ਜਿਹੜਾ ਆਪਣੇ ਸੂਬੇ ਦਾ ਵਿਕਾਸ ਕਰਨਾ। ਇਹੀ ਕੁਐਸਚਨ ਹੈ ਕਿ ਅਸੀਂ ਪੰਜਾਬ ਬਹੁਤ ਸੀਰੀਅਸਲੀ ਨਸ਼ੇ ਦੇ ਦਲਦਲ ਦੇ ਵਿੱਚ ਜਾ ਰਿਹਾ ਨੌਜਵਾਨ ਹੈ। ਸਭ ਤੋਂ ਪਹਿਲਾ ਪਰਿਭਾਸ਼ਾ ਇਹੀ ਹੈ ਕਿ ਕੀ ਸ਼ਰਾਬ ਨਸ਼ਾ ਹੈ ਜਾਂ ਨਹੀਂ ਹੈ। ਅਸੀਂ ਉਹਨੂੰ ਕਿਹੜੀ ਕੈਟਾਗਰੀ ਹੈ ਨਾ। ਪੰਜਾਬੀਆਂ ਨੇ ਸ਼ਰਾਬ ਨੂੰ ਸਮਾਜਿਕ ਮਾਨਤਾ ਦਿੱਤੀ ਹੋਈ ਹੈ। ਸਮਾਜਿਕ ਮਾਨਤਾ ਦੇਤੀ ਵੀ ਜਿੰਨੇ ਵਿਆਹ ਹੁੰਦੇ ਨੇ ਮੈਰਿਜ ਪੈਲੇਸਾਂ ਟਰੇਆਂ 'ਚ ਜਿਵੇਂ ਕਾਫੀ ਲੈ ਕੇ ਫਿਰਦੇ ਨੇ ਐਵੇਂ ਸ਼ਰਾਬ ਫਿਰਦੇ ਨੇ ਨਾ। ਇਟ ਮੀਨ ਜਿਹਨੂੰ ਅਸੀਂ ਮਾਫੀ ਦੇਤੀ, ਫਿਰ ਇਹਨੂੰ ਵਧਾਉਣਾ, ਅਸੀਂ ਅਲਕੋਹਲਿਸਟ ਬਣਾਉਣਾ ਹੈ, ਬਾਕੀ ਬੰਦਿਆਂ ਨੂੰ ਕਿਸ ਹੱਦ ਤੱਕ ਲੈ ਕੇ ਜਾਣਾ ਜਾਂ ਇਹਨੂੰ ਠੀਕ ਹੈ। ਬੰਦ ਕਿਸੇ ਚੀਜ਼ ਦਾ ਇਲਾਜ ਨਹੀਂ ਹੈ ਕਿ ਬੰਦ ਕਰ ਦਿਓ, ਪਰ ਕੀ ਪ੍ਰਚਾਰ ਦੇ ਪੱਖ ਤੋਂ ਇਹਨੂੰ ਘਟਾਉਣਾ ਹੈ ਜਾਂ ਇਹਨੂੰ ਵਧਾਉਣਾ ਹੈ। ਜਿਵੇਂ ਪਿਛਲੇ ਸਮੇਂ 'ਚ ਪਹਿਲੀਆਂ ਸਰਕਾਰਾਂ ਨੇ ਵੀ ਸ਼ਰਾਬ 'ਤੇ ਸੈਸ ਲਾਤਾ ਸੀ, ਸਿੱਖਿਆ ਸੈਸ ਲਾਇਆ ਸੀ। ਉਦੋਂ ਲੋਕ ਕਹਿੰਦੇ ਹੁਣ ਵਿੱਦਿਆ ਵੀ ਜਿਹੜੀ ਪੜ੍ਹਾਈ ਜਾਊਗੀ ਉਹ ਸ਼ਰਾਬੀ ਬਾਪ ਸ਼ਰਾਬੀ ਹੋਊਗਾ ਅਤੇ ਬੱਚੇ ਨੂੰ ਕਹਿੰਦੇ ਅਸੀਂ
मतलब सिक्ख्या ये भी एक मॉरल क्वेश्चन है ने सोसाइटी के जिन्होंने नाल ही डिस्कस करना चाहिए। तो और किन्ने पिंड ने जिहड़े पंचायती राज एक्ट 1994 जिहड़ा है ਉਹਦੇ तहत पंचायतां जे चाहण तो वो ठेके अपने चुकवा सकदियां ने। बिल्कुल संगरूर च मानसा बठिंडा किन्ने ही एरिया दे विच जिहड़ियां कुछ NGO गैर सरकारी संस्थावां लोकां नूं प्रेर के पंचायतां तो मते पवा के ठेके चुकवाए, बल्कि वो ठेका भी सरकारां जोर ला दिंदियां ने, इंना जोर लगदा वो चुकवाउण लई भी कानून के तौर पर वो चुकवा सकदियां ने क्योंकि लोकल उहने देखना पंचायत ने। तो उहदे च एक क्लॉज है कि पिछले 5 सालों के विच तुहाडे ना कोई दारू कढ़दा फड़िया नहीं जाना चाहिए। तो इहो ਜਿਹੀ जाली 1-2 केस दर्ज करा के थोड़े तो फड़िया गया सी जी वो केस रद्द कर देंगे। तो मतलब स्टेट चाहती है कि ठेका रहूगा तुहाडे घर घर, पिंड पिंड ठेका जाए, गली गली ठेका जाए, ये तुहाडी प्रायोरिटी होनी चाहिए है। ਇਹਦੇ ਚ भी ये करने की लोड़ है कि जिन्ना क शराब ठीक है आप कोई पींदा नहीं पींदा वो अलग क्वेश्चन है, पर स्टेट की डायरैक्शन मेरा ख्याल है साडे संविधान की भी डायरैक्शन वही है कि असी लोगों को उस चीज़ तो रोकण की कोशिश करनी है, लोग गुरेज करन इस सारे मामले दे विच। और जदों तो लोग अपनी बेटी लई जां भैण लई मुंडा देखण जांदे उह तां कहंदे ने खांदा पींदा तां नहीं कुछ। हाँ बिल्कुल सब तो बड़ा क्वेश्चन खांदे पींदे चाहे तां नहीं भी वो रोटी पानी नहीं खांदा, खांदा पींदा भी कोई नशा जां शराब जां कोई इहो जिहा कुछ। एक पासे असीं ये कह रहे हैं भी साडे तां ये नहीं होवे ते दूजे पासे होवे तां डिबेट केवल ते केवल इन्ने तक सीमित कर दो भी शराब चों पैसा ज़्यादा किवें आवे। एड्डी सीमित डिबेट नहीं, इनू थोड़ा जिहा खोलना चाहिए और खोल के कुछ होर भी मालिया इकट्ठा करन दे जिहड़े कोई उसारू ते कुछ क्रिएटिव जिहड़ियां चीज़ां ने वो खोजणियां चाहिदियां ने, किस तरीके नाल खोजिया जाण। और इहदे च सब तो बड़ा सवाल जदों तो GST आई है, सूबा की कर लूगा, GST तो सारी केंद्र कोल चली गई है और वो तुहानूं वापस उन्ने के पैसे करदा जां नहीं करदा स्टेट गवर्नमेंट रोंदी रहिंदी है। कि बेसिक जिहड़ा पोलीटिकल सवाल है फैडरलिज्म दा, केंद्र ते राज संबंधां दा, इत्थे फोकस उहदे नाल दी नाल उदों ज़्यादा नहीं होना चाहिए कि साडे कोल टैक्स लाउण ते टैक्स हटाउण दा हक तां होवे, साडे कोल उही चला गया। इस करके ये जिहड़ा सारा मामला जदों कल नूं कल्ला डीजल पेट्रोल है रसोई गैस ये भी चला गया, मुड़ के तां राज म्यूनसिपल कमेटियां ने, कोई भी सरकार आ जाए उहने की करना। ये सारे जिहड़े कुछ सवाल ने जिहड़े इहदे इर्द गिर्द भी इहनूं वधा के करन दी लोड़ है। मैनूं लगदा कि केवल शराब नूं बढ़ावा दे के उह तों बहुते पैसे लैण दी गल नहीं, और केबल कारपोरेशन भी बहुत वधिया हो जाऊगी, ये भी कोई बहुत बड़ी गल नहीं। जे डिपार्टमेंट करप्शन फ्री नहीं होंदे तो कारपोरेशन करप्शन फ्री किवें हो जाऊगी। किते ये ना हो जाए भी 4 पॉलीटिशियनां दे घर जाण दी बजाय ज़्यादा खीसा अफसरां दे घर जाण लग जे। इनू भी देखना पऊगा साडा सिस्टम गवर्नेंस दा किवें सुधरे, ये भी उहदे नाल उन्ना ही जरूरी है। जिन्ना वो ट्रांसपेरेंट होएगा, जिन्ना वो जवाबदेह होएगा, जिन्ना लोकां दे प्रति सवालों नूं एड्रैस करने वाला होएगा, उन्ना ही चीज़ां हल होणगीਆਂ। जे वो सारा सिस्टम उवें हो जे तो सारे टैक्स रुक जाएंगे, होर टैक्स भी रुक जाएंगे। जे उन्ने पारदर्शी चीज़ां हो जाण, उन्ने जवाबदेह हो जाण। इसलिए समੁੱਚਤਾ ਦੇ ਵਿੱਚ ਮੈਨੂੰ ਲੱਗਦਾ ਇਹਦੇ ਤੇ ਡਿਬੇਟ ਚੱਲਣੀ ਚਾਹੀਦੀ ਹੈ, ਚੰਗੀ ਗੱਲ ਹੈ, ਇੱਕ ਸੰਵਾਦ ਹੋਣਾ ਚਾਹੀਦਾ। ਬਿਲਕੁਲ ਸੇ ਸਾਰੇ ਮੁੱਦੇ ਜਿਹੜੇ ਸੋਚਣ ਵਿਚਾਰਨ ਵਾਲੇ ਨੇ, ਜਿਵੇਂ ਤੁਸੀਂ ਕਿਹਾ ਕਿ ਜੇ ਸਰਕਾਰ ਦੇ ਆਪਣੇ ਵਿਭਾਗਾਂ ਵਿੱਚ ਕਰਪਸ਼ਨ ਨਹੀਂ ਜਾਰੀ ਤਾਂ ਉਸ ਤੋਂ ਬਾਅਦ ਕਾਰਪੋਰੇਸ਼ਨਾਂ ਨੂੰ ਕਿਵੇਂ ਚਲਾਉਣਗੇ। ਇਹ ਦੂਜੀ ਗੱਲ ਇਹ ਕਿ ਇੱਕ ਪਾਸੇ ਤਾਂ ਨਸ਼ੇ ਦੀ ਗੱਲ ਕਰਦੇ ਹਾਂ, ਨਸ਼ੇ ਦੇ ਮੁੱਦੇ ਤੇ ਅਸੀਂ ਗੱਲ ਕਰਦੇ ਹਾਂ ਕਿ ਨਸ਼ੇ ਤੋਂ ਲੋਕਾਂ ਨੂੰ ਹਟਾਉਣਾ, ਦੂਜੇ ਪਾਸੇ ਅਸੀਂ ਕਹਿੰਦੇ ਕਿ ਅਸੀਂ ਮਾਲੀਆ ਹੀ ਸਾਰਾ ਸ਼ਰਾਬ ਤੋਂ ਇਕੱਠਾ ਕਰਕੇ ਜਿਹੜਾ ਆਪਣੇ ਸੂਬੇ ਦਾ ਵਿਕਾਸ ਕਰਨਾ ਹੈ। ਧੰਨਵਾਦ ਸਰ ਇਸ ਸਾਰੀ ਵਿਚਾਰ ਚਰਚਾ ਲਈ। ਸੋ ਇਸ ਨਾਲ ਅੱਜ ਤੇ ਕੁਝ ਹੈ ਮੁੱਦੇ ਕੱਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।